ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਪੁੰਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਤੀ ਵਿਭਾਵਰ ਭਈ ਪ੍ਰਭਾਤੀ। ਬੈਠੇ ਰਹੇ ਗੁਰੂ ਤਿਸ ਭਾਂਤੀ। ਸਗਰੇ ਨਗਰ ਪਰਿਓ ਬੜ ਰੌਰਾ। ਘਰ ਘਰ ਦਰ ਦਰ ਠੌਰਾ ਠੌਰਾ। ਬਿਤੀ ਵਿਭਾਵਰ ਭਈ ਪ੍ਰਭਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਬਖਸ਼ਿਸ਼ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਅਸਥਾਨਾਂ 'ਤੇ ਨਤਮਸਤਕ ਹੋਣ ਅਤੇ ਪਾਵਨ ਦੀਵਾਨ ਹਾਲ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਬੜੇ ਪਿਆਰ ਦੇ ਨਾਲ ਰਾਗੀ ਸਿੰਘਾਂ ਪਾਸੋਂ ਆਪ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ। ਪਾਵਨ ਗੁਰ ਇਤਿਹਾਸ ਜੋ ਲੜੀਵਾਰ ਇਸ ਪਾਵਨ ਸਥਾਨ 'ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਂਕਵੀ ਸੰਤੋਖ ਸਿੰਘ ਜੀ ਚੂੜਾਮਣੀ ਲਿਖਤ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ। ਸਾਧ ਸੰਗਤ, ਜਿੱਥੇ ਪਿਛਲੇ ਦਿਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸਮਰਪਿਤ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਵੇਂ ਸੰਪਾਦਨਾ ਹੋਈ ਹੈ, ਕਿਵੇਂ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੋਇਆ, ਇਹ ਸਾਰੀ ਕਥਾ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਜੋ ਲੜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਸ਼ਹੀਦੀ ਇਤਿਹਾਸ ਦੇ ਵਿੱਚੋਂ ਪ੍ਰਸੰਗ ਚੱਲ ਰਹੇ ਸਨ, ਉਹਦੀ ਆਰੰਭਤਾ ਤੋਂ ਪਹਿਲਾਂ ਅੱਜ ਦਾ ਦਿਹਾੜਾ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਅੱਜ ਦੇ ਦਿਹਾੜੇ ਦੇ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸੀ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਇਹ ਮਹਾਨ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋਈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਗੁਰਤਾ ਗੱਦੀ ਦੀ ਦਾਤ ਆਪਣੇ ਸਭ ਤੋਂ ਛੋਟੇ ਪੁੱਤਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ। ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਨ ਵਿਚਾਰਨ ਦਾ ਯਤਨ ਕਰੀਏ। ਸਾਡੀ ਜ਼ਿੰਦਗੀ ਸਮੁੱਚਾ ਜੀਵਨ ਵੀ ਗੁਰੂ ਕੀਆਂ ਸਿਫਤਾਂ ਕਰਦੇ ਰਹੀਏ, ਸਾਡਾ ਜੀਵਨ ਮੁੱਕ ਜਾਏਗਾ, ਪਰ ਸਤਿਗੁਰਾਂ ਦੀਆਂ ਸਿਫਤਾਂ ਗੁਰੂ ਕਾ ਜਸ ਅਸੀਂ ਸਾਰੇ ਬਿਆਨ ਨਹੀਂ ਕਰ ਸਕਦੇ। ਇਹ ਇਤਿਹਾਸ ਦੇ ਵਿੱਚ ਕੇਵਲ ਪੰਛੀ ਝਾਤ ਮਾਰ ਸਕਦੇ ਹਾਂ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਸਨ 1563 ਮਾਤਾ ਭਾਨੀ ਜੀ ਦੀ ਕੁੱਖ ਨੂੰ ਭਾਗ ਲੱਗਾ ਹੈ ਤੇ ਸਭ ਤੋਂ ਛੋਟੇ ਸਪੁੱਤਰ ਦੇ ਰੂਪ ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਹ ਚੁਬਾਰਾ ਸਾਹਿਬ ਦੇ ਅਸਥਾਨ ਜਿੱਥੇ ਗੋਇੰਦਵਾਲ ਸਾਹਿਬ ਜਾ ਕੇ ਸਾਰੀ ਸੰਗਤ ਦਰਸ਼ਨ ਕਰਦੀ ਹੈ, ਉਹਨਾਂ ਅਸਥਾਨਾਂ 'ਤੇ ਬਚਪਨ ਦਾ ਸਮਾਂ ਬਤੀਤ ਹੋਇਆ। ਜੋ ਆਪ ਸਤਿਗੁਰੂ ਕਹਿੰਦੇ ਮੇਰੀ ਮਾਂ ਨੇ ਮੈਨੂੰ ਅਸੀਸਾਂ ਦੇ ਕਰਕੇ ਗੁਰਬਾਣੀ ਨਾਲ ਇਹੋ ਜਿਹਾ ਜੋੜਿਆ ਜੋ ਅਸੀਸਾਂ ਦਿੰਦੀ ਸੀ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼।
ਭੱਟ ਸਾਹਿਬਾਨ ਨੇ ਜਿੱਥੇ ਜ਼ਿਕਰ ਕੀਤਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਆਗਮਨ ਤੋਂ ਪ੍ਰਕਾਸ਼ ਤੋਂ ਹੀ ਸਤਿਗੁਰੂ ਪਾਤਸ਼ਾਹ ਨੂੰ ਅਜਿਹੀ ਸੰਗਤ ਮਿਲੀ। ਮਾਤਾ ਭਾਨੀ ਦੀਆਂ ਅਸੀਸਾਂ, ਧੰਨ ਸ੍ਰੀ ਗੁਰੂ ਅਮਰਦਾਸ ਜੀ ਨਾਨੇ ਦੇ ਰੂਪ ਦੇ ਵਿੱਚ 11 ਸਾਲ ਉਹਨਾਂ ਦੀ ਸੰਗਤ ਮਾਨਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਦੋਹਿਤਾ ਬਾਣੀ ਕਾ ਬੋਹਿਤਾ, ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਇਹੋ ਜੀਆਂ ਅਸੀਸਾਂ ਵੀ ਬਚਪਨ ਵਿੱਚ ਪ੍ਰਾਪਤ ਕੀਤੀਆਂ ਤੇ ਬਾਣੀ ਨਾਲ ਜੁੜ ਕੇ ਇਹ ਜੀਵਨ ਦੇ ਪੱਲੇ ਬੰਨ੍ਹ ਲਿਆ ਸੀ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹਰ ਬਚਨ ਸਤਿਗੁਰਾਂ ਦਾ ਹੁਕਮ ਮੰਨ ਕੇ ਪ੍ਰਵਾਨ ਕਰਦੇ। ਜਦੋਂ 1574 ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਲੱਗਿਆਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੰਦੇ ਆ, ਉਦੋਂ ਵੀ ਭਾਵਨਾ ਦੇ ਵਿੱਚ ਗੁਰੂ ਘਰ ਦੀਆਂ ਸਾਰੀਆਂ ਵਡਿਆਈਆਂ ਦੇਖ ਕਰਕੇ ਗੁਰੂ ਦੇ ਨਾਲ ਪਿਆਰ ਹੋਰ ਵੱਧਦਾ ਜਾਂਦਾ। ਗੁਰੂ ਰਾਮਦਾਸ ਪਾਤਸ਼ਾਹ ਨਵਾਂ ਨਗਰ ਵਸਾਉਂਦੇ ਆ, ਇਸ ਧਰਤੀ ਤੇ ਆ ਕੇ ਬਖਸ਼ਿਸ਼ਾਂ ਵਰਤਾਉਂਦੇ ਆ ਤੇ ਲਾਹੌਰ ਦੀ ਧਰਤੀ ਤੇ ਜਾਣ ਵਾਸਤੇ ਤਾਏ ਦੇ ਪੁੱਤ ਸਿਹਾਰੀ ਮੱਲ ਵੱਲੋਂ ਆਪਣੇ ਪੁੱਤਰ ਦੇ ਵਿਆਹ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਗਈ ਸੀ। ਜਿੱਥੇ ਬਾਬੇ ਪ੍ਰਿਥੀ ਚੰਦ ਨੂੰ ਜਾਣ ਵਾਸਤੇ ਆਖਿਆ, ਜਿਹੜਾ ਚੁਸਤੀਆਂ ਤੇ ਚਲਾਕੀਆਂ ਰਾਹੀਂ ਗੁਰਗੱਦੀ ਤੇ ਆਪਣਾ ਦਾਅਵਾ ਬਣਾਉਣ ਦਾ ਯਤਨ ਕਰਦਾ ਸੀ, ਉਹਨੇ ਇਹ ਗੱਲਾਂ ਕਹਿਤੀਆਂ, ਪਾਤਸ਼ਾਹ ਇੰਨਾ ਧਨ ਆਉਂਦਾ ਏ, ਇੰਨੀ ਸੰਗਤ ਆਉਂਦੀ ਹੈ, ਇਹ ਸਭ ਕੁਝ ਦਾ ਪ੍ਰਬੰਧ ਮੈਂ ਕਰਦਾ, ਜੇ ਮੈਂ ਨਾ ਹੋਇਆ ਤੇ ਇਹ ਸਾਰੇ ਪ੍ਰਬੰਧ ਕੌਣ ਚਲਾਏਗਾ। ਕਈ ਵਾਰ ਬੰਦੇ ਦੇ ਮਨ ਵਿੱਚ ਇਹ ਭਰਮ ਆ ਜਾਂਦਾ ਹੈ ਕਿ ਸ਼ਾਇਦ ਮੇਰੇ ਤੋਂ ਬਗੈਰ ਕਾਰਜ ਨਹੀਂ ਹੋਣਾ, ਪਰ ਇਹ ਨਹੀਂ ਪਤਾ ਸਾਰੇ ਕਾਰਜ ਚਲਾਉਣ ਵਾਲੇ ਤੇ ਸਤਿਗੁਰੂ ਪਰਮੇਸ਼ਰ ਆਪ ਨੇ। ਨਾਲ ਕਹਿਣ ਲੱਗੇ, ਲਾਹੌਰ ਦੀ ਧਰਤੀ ਗਰਮੀ ਬੜੀ ਹੈ, ਮੇਰੇ ਤੋਂ ਉੱਥੇ ਨਹੀਂ ਜਾਇਆ ਜਾਂਦਾ। ਪਿਤਾ ਜੀ ਦੇ ਬਚਨ ਮੰਨਣ ਤੋਂ ਇਨਕਾਰ ਕਰਤਾ। ਬਾਬਾ ਮਹਾਂਦੇਵ ਜੀ ਵੈਰਾਗੀ ਸੁਭਾਅ, ਖੁਸ਼ੀ ਗਮੀ ਤੋਂ ਕਿਨਾਰਾ ਕਰਕੇ ਨਿਰਲੇਪ ਰਹਿੰਦੇ ਸੀ ਤੇ ਵਿਆਹਾਂ ਸ਼ਾਦੀਆਂ ਵਿੱਚ ਜਾਣ ਤੋਂ ਉਹਨਾਂ ਨੇ ਆਪਣਾ ਕਾਰਨ ਦੱਸਤਾ ਕਿ ਮੈਂ ਇਹੋ ਜਿਹੀਆਂ ਅਵਸਥਾਵਾਂ ਵਿੱਚ ਧਿਆਨ ਨਹੀਂ ਦਿੰਦਾ। ਪਰ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਇਹ ਸ਼ਬਦ ਆਪਾਂ ਗੁਰੂ ਵਰਤ ਲੈਂਦੇ ਹਾਂ, ਜੇ ਗੁਰਤਾ ਗੱਦੀ ਤੇ ਨਹੀਂ ਸਨ ਬੈਠੇ, ਉਦੋਂ ਗੁਰੂ ਰਾਮਦਾਸ ਜੀ ਨੇ ਉਹਨਾਂ ਵੱਲ ਇਸ਼ਾਰਾ ਕੀਤਾ, ਹੱਥ ਜੋੜ ਕੇ ਸੀਸ ਝੁਕਾ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਜਿੱਥੇ ਜਾਣ ਵਿੱਚ ਸਿਰ ਦੇਣ ਦਾ ਵੀ ਖਤਰਾ ਹੋਵੇ, ਭਾਵ ਜ਼ਿੰਦਗੀ ਜਾਣ ਦਾ ਵੀ ਖਤਰਾ ਹੋਵੇ, ਪਾਤਸ਼ਾਹ ਜੇ ਤੁਹਾਡਾ ਹੁਕਮ ਹੋਏਗਾ ਮੈਂ ਉੱਥੇ ਵੀ ਜਾਣ ਵਾਸਤੇ ਤਿਆਰ ਹਾਂ। 7 ਬਚਨ ਕਹਿ ਕੇ ਲਾਹੌਰ ਗਏ, ਪਰ ਹੁਕਮ ਡਾਢਾ ਇਹ ਸੀ ਕਿ ਉੱਥੇ ਜਾਣਾ ਤੇ ਹੈ, ਪਰ ਜਦ ਤੱਕ ਬੁਲਾਈਏ ਨਾ ਉਨੀ ਦੇਰ ਤੱਕ ਬਿਨਾਂ ਬੁਲਾਏ ਵਾਪਸ ਨਹੀਂ ਆਉਣਾ। ਉਸ ਅਸਥਾਨ ਤੇ ਜਾ ਕੇ ਵਿਆਹ ਦੇ ਸਾਰੇ ਕਾਰਜ ਸੁੱਖ ਸੁੱਖਾਂ ਨਾਲ ਸੰਪੂਰਨ ਹੋਏ। ਮਨ ਦੀ ਬੇਹਬਲਤਾ ਪ੍ਰਗਟ ਹੋਈ ਤੇ ਚਿੱਠੀਆਂ ਲਿਖ ਕਰਕੇ ਸਤਿਗੁਰਾਂ ਨੂੰ ਭੇਜਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਬਾਰ-ਬਾਰ ਭਾਵ ਲਿਖੇ ਬਾਬੇ ਪ੍ਰਿਥੀ ਚੰਦ ਕੋਲ ਜਦੋਂ ਉਹ ਚਿੱਠੀਆਂ ਆਉਂਦੀਆਂ ਉਹ ਲੁਕਾ ਲੈਂਦੇ ਨੇ। ਆਖਰਕਾਰ ਪੱਕੀ ਕਰਕੇ ਜਦੋਂ ਸਤਿਗੁਰਾਂ ਨੂੰ ਚਿੱਠੀ ਭੇਜੀ, ਸਾਹਿਬ ਨੇ ਵੇਖਿਆ ਗਿਣਤੀ ਦੇ ਅੱਖਰ ਪਹਿਲਾਂ ਵੀ ਚਿੱਠੀਆਂ ਆਈਆਂ ਤੇ ਉਸ ਚਿੱਠੀ ਲੈ ਕੇ ਆਉਣ ਵਾਲੇ ਤੋਂ ਸਾਰੀ ਗੱਲ ਦਾ ਪਤਾ ਲੱਗਾ। ਉਸ ਵਕਤ ਬਾਬਾ ਬੁੱਢਾ ਸਾਹਿਬ ਨੂੰ ਭੇਜ ਕੇ ਲਾਹੌਰ ਦੀ ਧਰਤੀ ਤੋਂ ਵਾਪਸ ਅੰਮ੍ਰਿਤਸਰ ਲਿਆਂਦਾ ਗਿਆ। ਇੱਧਰ ਸਾਰੇ ਪੱਖ ਵੇਖੇ, ਵੇਖ ਕਰਕੇ ਰੂਪ ਕਿ ਇਹਨਾਂ ਦੇ ਅੰਦਰ ਕਿਹੜੀ ਭਾਵਨਾ ਹੈ, ਹੁਕਮ ਮੰਨਣ ਦੀ ਘਾਲਣਾ, ਨਿਮਰਤਾ ਹੈ, ਗੁਰਬਾਣੀ ਨਾਲ ਪਿਆਰ ਤੇ ਸਤਿਕਾਰ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅੱਜ ਦੇ ਦਿਹਾੜੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਮਰਿਆਦਾ ਨਿਭਾਈ ਤੇ ਗੁਰਤਾ ਗੱਦੀ ਦੇ ਉੱਪਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ। ਸਨ 1581 ਸੀ। ਹੁਣ ਗੁਰਤਾ ਗੱਦੀ ਤੇ ਬੈਠੇ ਅੰਮ੍ਰਿਤਸਰ ਨਗਰੀ ਵਿੱਚ ਆਏ। ਉਹ ਮਹਾਨ ਪਰਉਪਕਾਰੀ ਕਾਰਜ ਜੋ ਗੁਰੂ ਰਾਮਦਾਸ ਪਾਤਸ਼ਾਹ ਨੇ ਆਰੰਭੇ ਸਨ, ਇਸ ਧਰਤੀ ਦੇ ਉੱਪਰ 52 ਕਿੱਤਿਆਂ ਦੇ ਲੋਕ ਲਿਆ ਕਰਕੇ ਸਤਿਗੁਰਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਸਾਏ। ਸੋਹਣੇ ਨਗਰ ਵਸਾਉਂਦੇ ਹੈ। ਇਹਦੇ ਨਾਲ ਤਰਨ ਤਾਰਨ ਸਾਹਿਬ ਆਦਿਕ ਨਗਰ ਵਸਾਉਂਦੇ ਆ। ਇਸੇ ਤਰੀਕੇ ਦੇ ਨਾਲ ਜਿੱਥੇ ਕਾਲ ਪੈਂਦਾ ਹੈ, ਕਾਲ ਪੀੜਤਾਂ ਦੀ ਮਦਦ ਕਰਦੇ ਆ, ਖੂਹ ਲਵਾਉਂਦੇ ਨੇ, ਸੋਹਣੇ ਸਰੋਵਰ ਬਣਾਉਂਦੇ ਨੇ। ਜਿੱਥੇ ਕਿੱਥੇ ਕੋਈ ਲੋੜਵੰਦ, ਕੋਈ ਦੁਖਿਆਰਾ ਆ ਜਾਂਦਾ ਹੈ, ਉਹਦੀ ਬਾਂਹ ਪਕੜਦੇ ਨੇ। ਦਵਾਖਾਨਿਆਂ ਦੇ ਰਾਹੀਂ ਦਵਾ ਦਾ ਵੀ ਪ੍ਰਬੰਧ ਕਰਦੇ। ਏਸ਼ੀਆ ਦਾ ਪਹਿਲਾ ਕੋੜੀ ਘਰ ਵੀ ਸਤਿਗੁਰਾਂ ਨੇ ਬਣਾਇਆ। ਲਾਹੌਰ ਕਾਲ ਪਿਆ, ਉੱਥੇ ਵੀ ਪਹੁੰਚੇ ਸੇਵਾ ਕਰਨ ਵਾਸਤੇ। ਮਨੁੱਖਤਾ ਦੇ ਵਿੱਚ ਵੇਖ ਕੇ ਲੋਕ ਕਹਿੰਦੇ ਜਿਸ ਰੱਬ ਬਾਰੇ ਸੁਣਿਆ ਸੀ, ਇਹ ਪ੍ਰਤੱਖ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਨਜ਼ਰ ਆਇਆ ਹੈ। ਸਾਈਂ ਮੀਆਂ ਮੀਰ ਵਰਗੇ ਸ਼ਰਧਾਲੂ ਬਣ ਗਏ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਕੇ
ਦੁਨੀਆ ਦੇ ਅੰਦਰ ਇੱਕ ਸੰਕੇਤ ਦਿੱਤਾ, 4 ਦਰਵਾਜ਼ਿਆਂ ਰਾਹੀਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ। ਤੇ ਸਭ ਤੋਂ ਵੱਡਾ ਕਾਰਜ ਮੇਰੇ ਪਾਤਸ਼ਾਹ ਨੇ ਜਿਹੜਾ ਕੀਤਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਜਿਹੜਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਕਰਾਇਆ। ਇਹ ਮਹਾਨ ਕਾਰਜਾਂ ਕਰਕੇ ਦੇਸ਼ ਵਿਦੇਸ਼ ਵਿਸ਼ਵ ਵਿੱਚ ਮੋਹਸਨ ਫਾਨੀ ਸਮਕਾਲੀ ਇਤਿਹਾਸਕਾਰ ਕਹਿੰਦਾ ਹੈ, ਕੋਈ ਇਹੋ ਜਿਹਾ ਇਲਾਕਾ ਨਹੀਂ ਸੀ ਜਿੱਥੇ ਸਿੱਖ ਨਾ ਵਸਦੇ ਹੋਣ। ਸਿੱਖਾਂ ਦੀ ਗਿਣਤੀ ਜਿੱਥੇ ਦਿਨੋਂ ਦਿਨ ਵੱਧਦੀ ਹੈ, ਉੱਥੇ ਸਾਧ ਸੰਗਤ ਵਿਰੋਧੀ ਵੀ ਜਿਹੜੇ ਨੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਕਈਆਂ ਨੇ ਯਤਨ ਕੀਤੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਖਿਲਾਫ ਹਾਕਮਾਂ ਨੂੰ ਭੜਕਾਉਣ ਵਾਸਤੇ। ਅਕਬਰ ਖੁੱਲ੍ਹ ਦਿਲਾ ਹੋਣ ਕਰਕੇ ਸ਼ਿਕਾਇਤ ਕਰਨ ਵਾਲਿਆਂ ਦੀ ਪੂਰੀ ਪੜਤਾਲ ਕਰਦਾ ਸੀ, ਪਰ ਜਦੋਂ ਜਹਾਂਗੀਰ ਤਖਤ ਦੇ ਉੱਪਰ ਬੈਠਾ, ਉਹਦੇ ਕੰਨ ਜਦੋਂ ਕਿਸੇ ਸਾਜ਼ਿਸ਼ੀਆਂ ਨੇ ਭਰੇ ਨੇ ਨਾ, ਤੇ ਜਿੱਥੇ ਉਹਦੇ ਕੰਨ ਭਰਦਿਆਂ ਉਹਨੂੰ ਚੁੱਕਣਾ ਦਿੱਤੀ। ਚੰਦੂ ਵਰਗਿਆਂ ਨੇ ਪਹਿਲਾਂ ਯਤਨ ਕੀਤੇ, ਸੁਲਹੀ ਖਾਂ ਸੁਲਭੀ ਖਾਂ ਵਰਗੇ ਵੀ ਚੜ ਕੇ ਆਏ, ਪਰ ਜਦੋਂ ਖੁਸਰੋ ਨੇ ਬਗਾਵਤ ਕੀਤੀ, ਇਹਦਾ ਦੋਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿਰ ਤੇ ਮੜ ਕੇ, ਭਾਵ ਕਿ ਸਤਿਗੁਰਾਂ ਉਹਦੀ ਮਦਦ ਕੀਤੀ ਹੈ। ਇਹੋ ਜਿਹਾ ਸ਼ਿਕਾਇਤ ਲਾ ਕਰਕੇ ਜਹਾਂਗੀਰ ਦੇ ਕੰਨ ਭਰੇ। ਜਹਾਂਗੀਰ ਲਾਹੌਰ ਪਹੁੰਚਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੇ ਬੁਲਾਇਆ ਗਿਆ। ਇਹ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਸੋ ਕਿ ਕਿਵੇਂ ਸਤਿਗੁਰੂ ਜੀ ਲਾਹੌਰ ਦੀ ਧਰਤੀ ਭਾਈ ਸੱਧੂ ਦੇ ਘਰ ਰਹਿੰਦੇ ਆ, ਉੱਥੋਂ ਜਹਾਂਗੀਰ ਬਾਦਸ਼ਾਹ ਨੂੰ ਮਿਲਦੇ ਆ। ਉੱਥੇ ਸ਼ਿਕਾਇਤ ਇਹ ਹੁੰਦੀ ਹੈ, ਜੋ ਤੁਸੀਂ ਬਾਣੀ ਉਚਾਰਦੇ ਹੋ ਉਹਦੇ ਵਿੱਚ ਤੁਸੀਂ ਕਿਸੇ ਧਰਮ ਦੀ ਤੋਹੀਨ ਕੀਤੀ ਹੈ। ਪਰ ਸ਼ਬਦ ਸੁਣ ਕੇ ਹੈਰਾਨ ਹੋ ਗਿਆ ਕਿ ਇਸ ਬਾਣੀ ਤੇ ਸਾਰੀ ਮਨੁੱਖਤਾ ਨੂੰ ਪਿਆਰ ਕਰਕੇ ਕਲਾਵੇ ਵਿੱਚ ਲੈਣ ਦਾ ਸੰਦੇਸ਼ ਦਿੰਦੀ ਹੈ। ਉੱਥੇ ਨਿਰੁੱਤਰ ਹੋ ਗਏ। ਫਿਰ ਕਹਿੰਦੇ ਇਹਦੇ ਵਿੱਚ ਬਾਣੀ ਵਿੱਚ ਕੁਝ ਨਾ ਕੁਝ ਸਾਡੇ ਕਹੇ ਅਨੁਸਾਰ ਸ਼ਬਦ ਪਾਓ। ਸਾਹਿਬ ਨੇ ਕਿਹਾ ਇਹਦੇ ਵਿੱਚ ਲਗਾ ਮਾਤਰ ਤੇ ਅੱਖਰ ਦਾ ਵੀ ਫਰਕ ਪਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਇਹ ਸੱਚ ਕੀ ਬਾਣੀ 'ਚ ਫਰਕ ਨਹੀਂ ਪਾਇਆ ਜਾ ਸਕਦਾ। ਇਹ ਵੀ ਕਿਹਾ ਜਾਂਦਾ ਹੈ ਕਿ ਸਤਿਗੁਰਾਂ ਨੂੰ ਧਰਮ ਛੱਡ ਕੇ ਇਸਲਾਮ ਵਿੱਚ ਆਉਣ ਦੀ ਗੱਲ ਕਹੀ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਨੂੰ ਆਪਣਾ ਧਰਮ ਪਿਆਰਾ। ਲਾਲਚ ਵੀ ਦਿੱਤੇ, ਡਰਾਵੇ ਵੀ ਦਿੱਤੇ, ਪਰ ਸਤਿਗੁਰੂ ਪਾਤਸ਼ਾਹ ਜਦੋਂ ਗੱਲ ਨਹੀਂ ਮੰਨਦੇ, ਆਖਰ ਚੰਦੂ ਪਾਪੀ ਨੇ ਸਤਿਗੁਰਾਂ ਨੂੰ ਆਪਣੇ ਹਵਾਲੇ ਲੈ ਲਿਆ। ਚੰਦੂ ਦੀ ਹਵੇਲੀ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜਾਂਦੇ ਆ। ਇਤਿਹਾਸਕਾਰਾਂ ਦੇ ਅਨੁਸਾਰ ਜਹਾਂਗੀਰ ਦੀ ਤੁਜਕ ਦੇ ਹਿਸਾਬ ਨਾਲ ਕਿਹਾ ਜਾਂਦਾ ਹੈ, ਉਹ ਮੁਤਸਬੀ ਖੁਦ ਗੁਰੂ ਸਾਹਿਬ ਦੇ ਖਿਲਾਫ ਆਪਣੇ ਮਨ ਵਿੱਚ ਨਫ਼ਰਤ ਰੱਖ ਕੇ ਚਾਹੁੰਦਾ ਸੀ ਕਿ ਇਹਨਾਂ ਨੂੰ ਮੈਂ ਹਟਾਵਾਂ, ਪਰ ਆਖਰਕਾਰ ਮੌਕਾ ਮਿਲਣ ਤੇ ਉਹਨੇ ਯਾਸਾਵਾ ਸਿਆਸਤ ਕਾਨੂੰਨ ਅਧੀਨ ਸ਼ਹੀਦ ਕਰਨ ਦਾ ਹੁਕਮ ਦਿੱਤਾ। ਇਹ ਯਾਸਾਵਾ ਸਿਆਸਤ ਕਾਨੂੰਨ ਚੰਗੇਜ਼ ਖਾਨ ਦਾ ਬਣਾਇਆ, ਜਿਹਦੇ ਰਾਹੀਂ ਕਿਸੇ ਧਾਰਮਿਕ ਬੰਦੇ ਨੂੰ ਜਦੋਂ ਕਿਸੇ ਤਰੀਕੇ ਨਾਲ ਖਤਮ ਕਰਨਾ ਹੋਵੇ, ਉਹਦੇ ਸਰੀਰ ਦਾ ਇੱਕ ਵੀ ਕਤਰਾ ਖੂਨ ਦਾ ਜ਼ਮੀਨ ਤੇ ਨਾ ਡਿੱਗੇ। ਇਸ ਤਰੀਕੇ ਦੇ ਨਾਲ ਤਸੀਹੇ ਦਿੱਤੇ ਜਾਂਦੇ ਨੇ। ਇੱਥੇ ਚੰਦੂ ਪਾਪੀ ਜਿੱਥੇ ਜਹਾਂਗੀਰ ਦੀਆਂ ਗੱਲਾਂ ਮਨਾਉਣ ਵਾਸਤੇ ਯਤਨ ਕਰਦਾ ਹੈ, ਉਹਦੇ ਨਾਲ ਆਪਣੀ ਧੀ ਦਾ ਰਿਸ਼ਤਾ ਜਿਹਦੇ ਨਾਂ ਤੇ ਉਹ ਯਤਨ ਕਰਦਾ ਹੈ ਕਿ ਇਹ ਰਿਸ਼ਤਾ ਸਤਿਗੁਰੂ ਪ੍ਰਵਾਨ ਕਰ ਲੈਣ, ਉੱਥੇ ਆਪਣੇ ਘਰ ਹਵੇਲੀ ਵਿੱਚ ਰੱਖ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ, ਜਿੱਥੇ ਪਹਿਲੇ ਦਿਨ ਉਹਨੇ ਭੁੱਖੇ ਤੇ ਪਿਆਸੇ ਰੱਖਿਆ, ਆਪਣੇ ਸਿਪਾਹੀਆਂ ਨੂੰ ਕਹਿਤਾ ਜੇ ਇਹ ਪਾਣੀ ਮੰਗਣ ਤੇ ਲੱਖ ਰੁਪਈਆ ਲੈਣਾ, ਜੇ ਪ੍ਰਸ਼ਾਦਾ ਮੰਗਣ ਤਾਂ ਲੱਖ ਰੁਪਈਆ ਲੈਣਾ, ਜੇ ਸੌਣਾ ਵੀ ਚਾਹੁਣ ਤੇ ਲੱਖ ਰੁਪਈਆ ਲੈਣਾ। ਇਹ ਸਤਿਗੁਰੂ ਪਾਤਸ਼ਾਹ ਭੁੱਖੇ ਪਿਆਸੇ 5 ਸਿੱਖਾਂ ਦੇ ਨਾਲ ਗ੍ਰਿਫਤਾਰ ਕੀਤੇ ਹੋਏ ਨੇ, ਨਜ਼ਰਬੰਦ ਕੀਤੇ ਨੇ। ਦੂਜਾ ਦਿਨ ਫੇਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਤਸੀਹੇ ਦੇਣ ਵਾਸਤੇ, ਆਪਣੀਆਂ ਗੱਲਾਂ ਮਨਾਉਣ ਦੇ ਵਾਸਤੇ ਉਬਲਦੇ ਪਾਣੀ ਦੇ ਵਿੱਚ, ਦੇਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬਿਠਾਇਆ ਗਿਆ। ਪਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਬਲਦੀ ਦੇਗ ਦਾ ਕਸ਼ਟ ਵੀ ਹੱਸ ਕੇ ਝੱਲਦੇ ਹੈ, ਪਰ ਉੱਥੇ ਵੀ ਪਰਮੇਸ਼ਰ ਦੀ ਯਾਦ ਵਿੱਚ ਤੇਰਾ ਕੀਆ ਮੀਠਾ ਲਾਗੇ ਦੀ ਧੁਨ ਉਹਨਾਂ ਦੇ ਮੁਖ 'ਚੋਂ ਉਚਾਰੀ ਜਾਂਦੀ ਹੈ। ਇੱਥੇ ਵੀ ਜ਼ਾਲਮ ਬਾਜ ਨਾ ਆਏ। ਸਤਿਗੁਰੂ ਪਾਤਸ਼ਾਹ ਨੂੰ ਅਗਲੇ ਦਿਨ ਇਹਨਾਂ ਜ਼ਾਲਮਾਂ ਦੇ ਵੱਲੋਂ ਤੱਤੀ ਲੋਹ ਦੇ ਉੱਪਰ ਬਿਠਾਇਆ ਗਿਆ। ਸਾਰਾ ਸਰੀਰ ਉਸ ਸੇਕ ਦੇ ਕਰਕੇ ਛਾਲੇ ਛਾਲੇ ਹੋਇਆ ਹੈ, ਪਰ ਸਤਿਗੁਰੂ ਪਾਤਸ਼ਾਹ ਉੱਥੇ ਵੀ ਕਹਿੰਦੇ ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਸਤਿਗੁਰੂ ਪਾਤਸ਼ਾਹ ਦੇ ਉੱਪਰ ਗਰਮ ਰੇਤ ਪਾਈ ਜਾਂਦੀ ਹੈ। ਉੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨਾ ਕੋ ਬੈਰੀ ਨਹੀਂ ਬੇਗਾਨਾ ਦਾ ਹੀ ਜਾਪ ਕਰਦੇ ਹੈ। ਇੱਥੇ ਸਾਈਂ ਮੀਆਂ ਮੀਰ ਵਰਗੇ ਫਕੀਰ ਆ ਕਰਕੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹੈ। ਉੱਥੇ ਸਤਿਗੁਰੂ ਬ੍ਰਹਮ ਗਿਆਨੀ ਦੀ ਅਵਸਥਾ ਵੀ ਬਿਆਨ ਕਰਦੇ ਨੇ ਕਿ ਜਿਹੜਾ ਜੀਵਨ ਮੁਕਤ ਹੋ ਜਾਏ ਉੱਤੇ ਖੁਸ਼ੀ ਗਮੀ ਦਾ ਕੋਈ ਪ੍ਰਭਾਵ ਨਹੀਂ। ਗੁਰਬਾਣੀ ਦੇ ਇੱਕ ਇੱਕ ਬਚਨ ਨੂੰ ਉਹ ਜੀਵਨ ਵਿੱਚ ਕਮਾ ਕੇ ਪੂਰਨੇ ਪਾ ਕੇ ਦੱਸ ਰਹੇ ਸਨ। ਇੱਥੇ
ਚੰਦੂ ਦੀ ਨੂੰਹ ਜਿਹੜੀ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ, ਪਹਿਲਾਂ ਵੀ ਸਤਿਗੁਰਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਵਾਸਤੇ ਗਹਿਣੇ ਜਿਹੜੇ ਸਿਪਾਹੀਆਂ ਨੂੰ ਦੇ ਕੇ ਗੁਰੂ ਚਰਨਾਂ 'ਚ ਆਈ ਸੀ, ਪਰ ਸਤਿਗੁਰਾਂ ਨੇ ਉਸ ਧੀ ਨੂੰ ਵਾਪਸ ਮੋੜ ਦਿੱਤਾ ਕਿ ਅਸੀਂ ਇੱਥੇ ਜਲ ਪਾਣੀ ਨਹੀਂ ਛਕਣਾ। ਪਰ ਹੁਣ ਸਤਿਗੁਰੂ ਪਾਤਸ਼ਾਹ ਨੂੰ ਇਹੋ ਜਿਹੇ 4 ਦਿਨ ਤੋਂ ਵੱਧ ਹੋ ਗਏ ਨੇ ਭਿਆਨਕ ਕਸ਼ਟ ਦਿੰਦਿਆਂ, ਉਹਦੇ ਕੋਲ ਦੇਖ ਕੇ ਬਰਦਾਸ਼ਤ ਨਾ ਹੋਇਆ। ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਕਿ ਮੈਂ ਹੁਣ ਇਸ ਤਨ ਵਿੱਚ ਨਹੀਂ ਰਹਿਣਾ। ਸਤਿਗੁਰਾਂ ਦਾ ਇਹ ਦੁੱਖ ਉਸ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਬੱਚੀ ਕੋ ਬਰਦਾਸ਼ਤ ਨਹੀਂ ਸੀ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵੇਖ, ਇੱਥੇ ਸਰੀਰਕ ਤੌਰ ਤੇ ਆਤਮਘਾਤੀ ਹੋਣਾ ਇਹ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ, ਪਰ ਉਸ ਰੱਬ ਦੇ ਘਰ ਦੇ ਵਿੱਚੋਂ ਜਦੋਂ ਸੱਦੜਾ ਆਏਗਾ, ਤੂੰ ਜਦੋਂ ਜਾਵੇਂਗੀ ਉਸ ਵਕਤ ਗੁਰੂ ਚਰਨਾਂ ਵਿੱਚ ਤੇਰਾ ਸਦਾ ਵਾਸਤੇ ਵਾਸ ਹੋ ਜਾਏਗਾ। ਇਹ ਅਵਸਥਾ ਉਹਦੀ ਬਣ ਗਈ। ਉਹ ਆਪਣੇ ਘਰ ਵਿੱਚ ਜਾਂਦੀ ਹੈ, ਪਰ ਹੁਣ ਇਹ ਉਹਨੂੰ ਸਮਝ ਆ ਗਈ ਕਿ ਹੁਣ ਸਰੀਰ ਵਿੱਚ ਰਹਿਣਾ ਤੇ ਘਰ ਇੱਕੋ ਹੀ ਮਾਲਕ ਦੇ ਚਰਨਾਂ 'ਚ। ਪਾਤਸ਼ਾਹ ਇਹ ਸਰੀਰ ਨਾਲੋਂ ਹੁਣ ਮੈਨੂੰ ਇਹ ਕਿਤੇ ਇਹ ਸਰੀਰ 'ਚੋਂ ਪ੍ਰਾਣ ਉੱਡ ਜਾਣ, ਮੈਂ ਗੁਰੂ ਚਰਨਾਂ ਵਿੱਚ ਅਭੇਦ ਹੋ ਜਾ। ਉਹ ਧੀ ਰਾਣੀ ਜਿੱਥੇ ਆਉਂਦੀ ਹੈ, ਇੱਧਰ ਰਾਤ ਬਤੀਤ ਹੁੰਦੀ ਹੈ ਸਾਧ ਸੰਗਤ, ਤੇ ਫਿਰ ਜਿਹੜਾ ਦਿਨ ਚੜ੍ਹਦਾ ਹੈ 5ਵੇਂ ਦਿਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜਾ ਚੰਦੂ ਦੀ ਹਵੇਲੀ ਵਿੱਚ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਲਾਹੌਰ ਦੀ ਧਰਤੀ ਤੇ ਚੰਦੂ ਦੀ ਹਵੇਲੀ ਦੇ ਵਿੱਚ ਅੱਗੇ ਇਹ ਪ੍ਰਸੰਗ ਬਤੀਤ ਹੁੰਦੇ ਹੈ। ਆਓ ਇਤਿਹਾਸ ਦੀ ਲੜੀ ਵਿੱਚ ਅੱਗੇ ਸਾਂਝ ਪਾਉਣ ਤੋਂ ਪਹਿਲਾਂ ਸਾਰੀ ਸੰਗਤ ਮਨ ਬਿਰਤੀ ਗੁਰੂ ਕੇ ਚਰਨਾਂ ਵਿੱਚ ਟਿਕਾਈਏ ਤੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਸ ਤਰੀਕੇ ਨਾਲ ਰਾਤ ਬਤੀਤ ਹੋ ਗਈ ਸਾਧ ਸੰਗਤ, ਤੇ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਅਗਲਾ ਦਿਨ ਇਹ 5ਵਾਂ ਚੜ੍ਹਿਆ ਹੈ। ਏਡੇ ਕਸ਼ਟ ਸਤਿਗੁਰ ਪਾਤਸ਼ਾਹ ਜੀ ਨੂੰ ਦੇ ਕੇ ਤਪਾਉਣ ਦਾ ਤੇ ਡਰਾਉਣ ਦਾ ਯਤਨ ਕੀਤਾ ਸੀ ਪਾਪੀ ਨੇ। ਇੱਕ ਦਿਨ ਪਹਿਲਾਂ ਜਿਹੜੀ ਆ ਰਾਤ ਪਿਛਲੀ ਦਿਨ ਬਤੀਤ ਹੋਇਆ, ਉਹਨੇ ਇੱਕ ਕਸ਼ਟ ਹੋਰ ਦੇਣ ਦਾ ਐਲਾਨ ਕੀਤਾ ਕਿ ਇੱਕ ਗਾਂ ਜਿਹਨੂੰ ਮਾਰ ਕਰਕੇ ਉਹਦਾ ਚਮੜਾ ਜਿਹੜਾ ਉਹਦੀ ਖੱਲ ਲਾ ਕੇ ਸਤਿਗੁਰੂ ਪਾਤਸ਼ਾਹ ਨੂੰ ਉਸ ਖੱਲ ਦੇ ਵਿੱਚ ਮੜ ਕਰਕੇ ਇਹ ਕਸ਼ਟ ਵੀ ਦਿੱਤਾ ਜਾਏਗਾ। ਇਹ ਵੀ ਉਸ ਵਕਤ ਇੱਕ ਸਜ਼ਾ ਦੇਣ ਦਾ ਤਰੀਕਾ ਸੀ ਕਿ ਤਾਜੀ ਖੱਲ ਦੇ ਵਿੱਚ ਜਦੋਂ ਕਿਸੇ ਨੂੰ ਮੜ ਦਿੱਤਾ ਜਾਵੇ, ਹੌਲੀ ਹੌਲੀ ਚਮੜਾ ਸੁੱਕਦਾ ਹੈ, ਚਮੜੇ ਦੇ ਸੁੱਕਣ ਦੇ ਨਾਲ ਉਹ ਹੌਲੀ ਹੌਲੀ ਸਰੀਰ ਨੂੰ ਅਕੜਾ ਚੜਾਉਂਦਾ ਹੈ ਤੇ ਬਹੁਤ ਦਰਦਨਾਕ ਮੌਤ ਹੁੰਦੀ ਹੈ, ਜਿਹਨੂੰ ਇਸ ਤਰੀਕੇ ਦੇ ਨਾਲ ਸਜ਼ਾ ਦਿੱਤੀ ਜਾਂਦੀ ਸੀ। ਇਹ ਜ਼ਾਲਮਾਂ ਵੱਲੋਂ ਇਹ ਵੀ ਤਰੀਕਾ ਇੱਕ ਸਜ਼ਾ ਦਾ ਵਰਤਿਆ ਜਾਂਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਸਤੇ ਇਹ ਵੀ ਤਰੀਕਾ ਵਰਤਣ ਦਾ ਇਹ ਇੱਕ ਦਿਨ ਪਹਿਲਾਂ ਚੰਦੂ ਪਾਪੀ ਨੇ ਐਲਾਨ ਕੀਤਾ ਸੀ। ਪਰ ਸਤਿਗੁਰੂ ਪਾਤਸ਼ਾਹ ਕਿਸੇ ਵੀ ਡਰਾਵੇ ਵਿੱਚ ਡਰੇ ਨਹੀਂ, ਕਿਉਂਕਿ ਡਰਦਾ ਕੌਣ ਹੈ? ਜਿਹੜਾ ਪਾਪ ਕਰਦਾ ਹੋਵੇ। ਬਾਣੀ ਪੜ੍ਹਦੇ ਆ ਨਾ ਆਪਾਂ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਧਰਮੀ ਬੰਦੇ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ, ਉਹ ਡਰਾਉਣਾ ਚਾਹੁੰਦਾ ਹੈ। ਪਰ ਜਿਹੜੇ ਦਰ ਘਰ ਦੇ ਵਿੱਚ ਮੌਤ ਦੇ ਨਾਂ ਤੇ ਵੀ ਆਨੰਦ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਹੁਣ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਜਿਹੜੇ 5ਵੇਂ ਪਾਤਸ਼ਾਹ ਖੁਦ ਕਹਿੰਦੇ ਹੁਣ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਉਹਨਾਂ ਨੂੰ ਮੌਤ ਦਾ ਵੀ ਡਰ ਭਲਾ ਕਿਵੇਂ ਡੁਲਾ ਸਕਦਾ? ਅਡੋਲ ਸਤਿਗੁਰ ਪਾਤਸ਼ਾਹ ਚੌਂਕੜਾ ਮਾਰ ਕੇ ਸੱਜੇ ਹੋਏ ਤੇ ਮੁਖ ਤੋਂ ਇਹੀ ਕਹਿ ਰਹੇ ਨੇ, ਤੇਰਾ ਕੀਆ ਮੀਠਾ ਲਾਗੇ। ਸਗਰੀ ਨਗਰ ਪਰਿਓ ਬੜ ਰੌਰਾ। ਇੱਧਰ ਲਾਹੌਰ ਦੀ ਧਰਤੀ ਤੇ ਸਾਰੇ ਪਾਸੇ ਵੱਡਾ ਰੌਲਾ ਪੈ ਗਿਆ, ਸ਼ੋਰ ਮਚਿਆ, ਸਾਰੇ ਪਾਸੇ ਸੰਗਤਾਂ ਬੇਬਲ ਸਨ, ਕਿਉਂਕਿ ਲਗਭਗ 5 ਦਿਨ ਦੇ ਕਰੀਬ ਹੋ ਗਏ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਕੋਈ ਪਤਾ ਨਹੀਂ ਲੱਗ ਪਾ ਰਿਹਾ। ਸਾਰੇ ਪਾਸੇ ਵੱਡਾ ਰੌਲਾ, ਇਹ ਸ਼ੋਰ, ਹਰ ਪਾਸੇ ਚਰਚਾ ਹੋਣ ਲੱਗ ਪਈ। ਘਰ ਘਰ ਦਰ ਦਰ ਠੌਰਾ ਠੌਰਾ। ਹਰ ਇੱਕ ਘਰ ਘਰ ਵਿੱਚ ਚਰਚਾ ਹੋ ਰਹੀ ਹੈ, ਹਰ ਦਰਵਾਜ਼ੇ ਤੇ ਚਰਚਾ ਹੋ ਰਹੀ ਹੈ। ਲੋਕ ਖੜੇ ਹੋ ਕੇ ਗੱਲਾਂ ਕਰ ਰਹੇ, ਜਿੱਥੇ ਕਿੱਥੇ ਥਾਵਾਂ ਤੇ ਇਹ ਗੁਰੂ ਪਾਤਸ਼ਾਹ ਮਹਾਰਾਜ ਬਾਰੇ ਸੰਗਤਾਂ ਚਰਚਾ ਕਰਦੀਆਂ ਹਨ। ਬਾਰ ਬਾਰ ਦਿਸ ਬਾਉਰੇ ਅਗਾਰੀ। ਤੇ ਜਿਹਨੂੰ ਕਿਸੇ ਨੂੰ ਪਤਾ ਸੀ ਕਿ ਇਧਰਲੇ ਪਾਸੇ ਚੰਦੂ ਦੀ ਹਵੇਲੀ ਵਾਲੇ ਪਾਸੇ ਸਤਿਗੁਰਾਂ ਦੇ ਜਾਣ ਦੀ ਖਬਰ ਮਿਲੀ ਸੀ, ਚੰਦੂ ਉਹਨਾਂ ਨੂੰ ਨਾਲ ਲੈ ਗਿਆ, ਕਿਉਂਕਿ ਜਿਹੜਾ ਉਸ ਵਕਤ ਜਹਾਂਗੀਰ ਬਾਦਸ਼ਾਹ ਉਹ ਚੰਦੂ ਦੇ ਹਵਾਲੇ ਕਰਕੇ ਅਗਲੇ ਦਿਨ ਉਹ ਤੇ ਦਿੱਲੀ ਵਾਲੇ ਪਾਸੇ ਨੂੰ ਜਾਂ ਇਤਿਹਾਸਕਾਰਾਂ ਦੇ ਅਨੁਸਾਰ ਕਸ਼ਮੀਰ ਵਾਲੇ ਪਾਸੇ ਨੂੰ ਰਵਾਨਾ ਹੋ ਗਿਆ ਸੀਗਾ। ਉਹ ਤੇ ਕੇਵਲ ਐਲਾਨ ਕਰਕੇ ਚੰਦੂ ਪਾਪੀ ਦੇ ਹਵਾਲੇ ਕਰਕੇ ਜਹਾਂਗੀਰ ਉੱਥੋਂ ਰਵਾਨਾ ਹੋ ਜਾਂਦਾ ਹੈ। ਉਦੋਂ ਕੋਈ ਫੋਨ ਵਰਗੇ ਸਾਧਨ ਤੇ ਹੁੰਦੇ ਨਹੀਂ ਸੀ ਕਿ ਫੋਨ ਤੇ ਗੱਲ ਕੀਤੀ ਜਾਵੇ। ਕਿਸੇ ਦਾ ਹੁਣ ਜ਼ੋਰ
ਵੀ ਨਹੀਂ ਸੀ ਚੱਲ ਰਿਹਾ, ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਇਹ ਪਾਪੀ ਕੀ ਕਰ ਰਿਹਾ ਹੈ। ਫਿਰ ਜਾਤ ਨਿਹਾਰ ਨਿਹਾਰੀ। ਇਹਦੀ ਹਵੇਲੀ ਦੇ ਸਾਹਮਣੇ ਡਿਉੜੀ ਵਾਲੇ ਪਾਸੇ ਹਰ ਕੋਈ ਜਾਂਦਾ ਏ, ਅੰਦਰ ਝਾਤ ਮਾਰ ਕੇ ਵੇਖਣ ਦਾ ਯਤਨ ਕਰਦਾ ਹੈ, ਕਿਤੇ ਗੁਰੂ ਸਾਹਿਬ ਦੇ ਦੀਦਾਰ ਹੀ ਹੋ ਜਾਣ। ਨਿਸ ਦਿਨ ਰਹਿ ਇੱਕ ਵਾਰ ਅਸੰਜਤ। ਪਰ ਦਿਨੇ ਰਾਤ ਜਦੋਂ ਵੀ ਸਿੱਖ ਆ ਕੇ ਵੇਖਦੇ ਨੇ, ਇਹ ਚੰਦੂ ਦੀ ਹਵੇਲੀ ਦੇ ਦਰਵਾਜ਼ੇ ਬੰਦ ਹੀ ਉਹਨਾਂ ਨੂੰ ਨਜ਼ਰ ਆਉਂਦੇ ਹਨ। ਬਾਸ਼ਤ ਚਿਤ ਕਿਮ ਹੋਏ ਸੋ ਭੰਜਤ। ਤੇ ਸਿੱਖ ਸੋਚਦੇ ਨੇ ਕਿਹੜਾ ਤਰੀਕਾ ਵਰਤੀਏ, ਕੀ ਹੋ ਜੇ ਕੋਈ ਇਹੋ ਜੀ ਕਲਾ ਹੀ ਵਰਤ ਜੇ, ਆ ਦਰਵਾਜ਼ੇ ਹੀ ਟੁੱਟ ਜਾਣ, ਕਿਤੇ ਆ ਸਾਰੇ ਟੁੱਟ ਜਾਣ ਦਰਵਾਜ਼ੇ ਤੇ ਸਾਨੂੰ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਹੋ ਜਾਣ। ਇਹ ਸਿੱਖਾਂ ਦੇ ਮਨ ਵਿੱਚ ਦਰਸ਼ਨਾਂ ਦੀ ਤਾਂਘ ਹੈ। ਦਰਵਾਜ਼ੇ ਬੰਦ ਨੇ ਤੇ ਸਿੱਖ ਸੋਚਦੇ ਨੇ ਆ ਦਰਵਾਜ਼ੇ ਟੁੱਟ ਕਿਉਂ ਨਹੀਂ ਜਾਂਦੇ, ਗੁਰੂ ਸਾਹਿਬ ਦੇ ਕਿਤੇ ਦਰਸ਼ਨ ਹੋ ਜਾਣ। ਕਿਆ ਇਹ ਕਰਹਿ ਲਖੀ ਨਹਿ ਜਾਈ। ਇਹ ਅੰਦਰ ਕੀ ਕਰ ਰਿਹਾ ਹੈ ਚੰਦੂ ਪਾਪੀ, ਸਤਿਗੁਰਾਂ ਨਾਲ ਕੀ ਵਿਵਹਾਰ ਕਰ ਰਿਹਾ ਹੈ, ਕੁਝ ਜਾਣਿਆ ਨਹੀਂ ਜਾ ਰਿਹਾ। ਵਹਿਰ ਗੁਰੂ ਨਿਕਸੇ ਨਾ ਕਦਾਈ। ਇਹ 5 ਦਿਨ ਹੋ ਗਏ ਸਤਿਗੁਰਾਂ ਨੂੰ ਗਿਆਨ ਨੂੰ, ਅਜੇ ਤੱਕ ਸਤਿਗੁਰੂ ਪਾਤਸ਼ਾਹ ਬਾਹਰ ਨਹੀਂ ਆਏ, ਕਿਸੇ ਨੇ ਵੀ ਬਾਹਰ ਆਉਂਦਿਆਂ ਦੇਖਿਆ ਨਹੀਂ ਹੈ। ਪੰਜੋ ਸਿੱਖ ਨਹੀਂ ਪੁਨ ਹੀਰੇ। ਤੇ ਜਿਹੜੇ 5 ਸਿੱਖ ਗਏ ਸੀ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਵਿਧੀ ਚੰਦ, ਉਹ 5 ਸਿੱਖ ਵੀ ਕਿਸੇ ਨੇ ਬਾਹਰ ਆਉਂਦੇ ਨਹੀਂ ਵੇਖੇ। ਕਹਾਂ ਬਜ ਸੁਨੇ ਨਾ ਫੇਰੇ। ਕਹਿਣ ਲੱਗੇ ਵੇਖੇ ਕਿਤੇ ਦੂਰ ਦੀ ਗੱਲ, ਕੀ ਹੋਇਆ, ਕਿਸੇ ਨੇ ਸੁਣਿਆ ਵੀ ਨਹੀਂ ਹੈ ਕਿ ਕਿੱਧਰ ਗਏ ਨੇ, ਕੋਈ ਖਬਰਸਾਰ ਤੇ ਕਿਸੇ ਨੂੰ ਹੋਵੇ, ਪਤਾ ਤੇ ਲੱਗੇ ਸਤਿਗੁਰੂ ਸਾਹਿਬ ਤੇ 5 ਸਿੱਖ ਇਸ ਹਵੇਲੀ ਤੋਂ ਬਾਅਦ ਕਿੱਧਰ ਗਏ ਹਨ। ਦੁਰ ਮਿਲੈ ਕਰਹਿ ਗੁਰਬਾਤ। ਸਾਰੇ ਸਿੱਖ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਲੁਕ ਲੁਕ ਕੇ ਗੱਲਾਂ ਕਰਦੇ ਨੇ, ਛੁਪ ਛੁਪ ਕੇ, ਕਿਉਂਕਿ ਹਕੂਮਤ ਇਹੋ ਜੀ ਹੈ, ਹਕੂਮਤ ਦੇ ਖਿਲਾਫ ਕੋਈ ਗੱਲ ਵੀ ਨਹੀਂ ਸੀ ਕਰ ਸਕਦਾ, ਤੇ ਜੇ ਕੋਈ ਗੱਲ ਕਰੇ ਉਹਨੂੰ ਪਕੜ ਕੇ ਹਕੂਮਤ ਦੇ ਖਿਲਾਫ ਗੱਲ ਕਰਨ ਦੇ ਦੋਸ਼ ਦੇ ਵਿੱਚ ਸਜ਼ਾ ਦਿੱਤੀ ਜਾਂਦੀ। ਇਹਨੂੰ ਤਾਨਾਸ਼ਾਹੀ ਕਿਹਾ ਜਾਂਦਾ। ਦੂਸਰੇ ਪਾਸੇ ਜਿਹੜਾ ਲੋਕਤੰਤਰ ਕਹਿੰਦੇ ਆ, ਉਹ 'ਚ ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ। ਕਈ ਵਾਰ ਲੋਕਤੰਤਰ ਅੱਜ ਦੇ ਸਮੇਂ ਕਿਹਾ ਤੇ ਜਾਂਦਾ ਹੈ, ਪਰ ਕੇਵਲ ਗੱਲਾਂ ਦੇ ਆਧਾਰ ਤੇ ਕਿਸੇ ਨੂੰ ਫੜ ਕੇ ਜੇਲ੍ਹ ਡੱਕ ਦਿੱਤਾ ਜਾਵੇ, ਫਿਰ ਉਦੋਂ ਵੀ ਲੋਕਤੰਤਰ ਸਮਝ ਲਓ ਖਤਮ ਹੋਇਆ ਹੈ, ਉਦੋਂ ਵੀ ਤਾਨਾਸ਼ਾਹੀ ਦਾ ਰਾਜ ਹੋਵੇ। ਕੇਵਲ ਗੱਲਾਂ ਹੀ ਸੁਣ ਕੇ ਅੱਜ ਵੀ ਸਾਡੇ ਕਈ ਸਿੱਖ ਇਹੋ ਜਿਹੇ ਗੁਰਮੁਖ ਪਿਆਰੇ ਜੋ ਹੱਕ ਦੀ ਸੱਚ ਦੀ ਗੱਲ ਕਰਦੇ ਆ, ਤੇ ਸੱਚ ਬੋਲਣ ਵਾਲੇ ਦੀ ਸੱਚਾਈ ਦਾ ਸਾਹਮਣਾ ਕਰਨ ਦੀ ਥਾਂ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਪਾ ਦਿੱਤਾ ਜਾਂ ਦੋਸ਼ ਕੋਈ ਨਹੀਂ, ਸੱਚ ਬੋਲੇ ਨੇ। ਹੁਣ ਉਸ ਸਮੇਂ ਵੀ ਤਾਨਾਸ਼ਾਹੀ ਸੀ, ਤੇ ਜਿਨ੍ਹਾਂ ਸਮਿਆਂ 'ਚ ਜਦੋਂ ਸੱਚ ਬੋਲਣ ਵਾਲੇ ਨੂੰ ਪਕੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ, ਦਾਵਾ ਕਿੰਨਾ ਲੋਕਤੰਤਰ ਦਾ ਕੋਈ ਕਰੇ, ਪਰ ਜੇ ਬੋਲਣ ਤੇ ਵੀ ਰੋਕ ਲਾ ਦਿੱਤੀ ਹੈ, ਸੱਚ ਬੋਲਣ ਤੇ, ਇਹਦਾ ਮਤਲਬ ਉੱਥੇ ਡਿਕਟੇਟਰਸ਼ਿਪ ਹੈ, ਤਾਨਾਸ਼ਾਹੀ ਹੈ। ਇਹ ਭਾਵੇਂ ਦਾਵਾ ਕੋਈ ਕਿੰਨਾ ਕਰੀ ਜਾਵੇ, ਫਿਰ ਉੱਥੇ ਲੋਕਤੰਤਰ ਹੁੰਦਾ ਨਹੀਂ ਹੈ। ਉਦੋਂ ਵੀ ਤਾਨਾਸ਼ਾਹੀ ਸੀ, ਮੁਗਲਾਂ ਦਾ ਸ਼ਾਸਕ, ਤੇ ਲੁਕ ਲੁਕ ਕੇ ਸਾਰੇ ਗੱਲਾਂ ਕਰਦੇ ਨੇ, ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ ਹਕੂਮਤ ਦੇ ਖਿਲਾਫ ਕੋਈ ਗੱਲ ਤੇ ਨਹੀਂ ਕਰ ਰਿਹਾ। ਇਸ ਪਾਪੀ ਦੇ ਬਾਰੇ ਵਿੱਚ ਗੱਲਾਂ ਕਰਦੇ ਨੇ, ਪਾਪੀ ਵੱਡਾ ਪਾਪੀ ਹੈ, ਜਿਹਨੇ ਏਡਾ ਉਪਦਰਵ ਕੀਤਾ ਹੋਇਆ ਹੈ ਚੰਦੂ ਪਾਪੀ ਨੇ। ਜਦੋਂ ਦਾ ਸਤਿਗੁਰ ਪਾਤਸ਼ਾਹ ਨੂੰ ਆਪਣੀ ਹਵੇਲੀ ਵਿੱਚ ਇਹ ਪਾਪੀ ਲੈ ਕੇ ਗਿਆ ਹੈ, ਕਿਹੜਾ ਕਸ਼ਟ ਦੇ ਰਿਹਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ, ਕੋਈ ਖਬਰ ਨਹੀਂ ਮਿਲੀ, ਕਿਸੇ ਨੂੰ ਕੋਈ ਸੌ ਪਤਾ ਵੀ ਨਹੀਂ ਲੱਗਾ, ਕੋਈ ਕਿਸੇ ਨੂੰ ਖਬਰਸਾਰ ਪਹੁੰਚੀ ਨਹੀਂ ਹੈ। ਸਿੱਖ ਜ਼ੋਰ ਲਾ ਕੇ ਮਿਲਣਾ ਚਾਹੁੰਦੇ ਨੇ, ਪਰ ਕਿਸੇ ਦਾ ਸੰਗਤ ਜੀ ਵੱਸ ਨਹੀਂ ਚੱਲਦਾ। ਸਾਈਂ ਮੀਆਂ ਮੀਰ ਨੇ ਵੀ ਯਤਨ ਕੀਤਾ, ਪਰ ਸਤਿਗੁਰਾਂ ਮਨਾ ਕਰ ਦਿੱਤਾ ਸੀ। ਹੋਰ ਵੀ ਪੀਰ ਫਕੀਰ ਆਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਨਕਾਰ ਕਰਤਾ ਕਿ ਇਹ ਹੁਣ ਸਰੀਰ ਰੂਪੀ ਠੀਕਰਾ ਭੰਨ ਕੇ ਇਹ ਮੁਗਲਾਂ ਦਾ ਰਾਜ ਭਾਗ ਦੀ ਨੀਂਹ ਖੋਖਲੀ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਸ਼ਹੀਦੀ ਰਾਹੀਂ ਇਹੋ ਜਿਹਾ ਰੰਗ ਬੰਨਣਾ ਚਾਹੁੰਦੇ ਆ ਕਿ ਜਿਹੜੇ ਜ਼ੁਲਮ ਦੇ ਸਾਹਮਣੇ ਝੁਕ ਝੁਕ ਕਰਕੇ ਉਸ ਜ਼ੁਲਮ ਦੇ ਸਾਹਮਣੇ ਘੁਟਨੇ ਟੇਕ ਦਿੰਦੇ ਆ, ਗੋਡੀਆਂ ਲਾ ਦਿੰਦੇ ਆ, ਉਹਨਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦੀ ਤਾਕਤ ਮਿਲ ਸਕੇ, ਸ਼ਹੀਦੀਆਂ ਦੇਣ ਦਾ ਵੱਲ ਸਿਖਾ ਸਕੇ। ਕਿਉਂ? ਕਿਉਂਕਿ ਗੁਰੂ ਨਾਨਕ ਦਾ ਘਰ ਜਿੱਥੇ ਜਿਉਣਾ ਸਿਖਾਉਂਦਾ ਹੈ ਕਿ ਸਿੱਖਾ ਤੂੰ ਜਿਉਣਾ ਕਿਹੜੇ ਤਰੀਕੇ ਦੇ ਨਾਲ ਹੈ, ਉੱਥੇ ਗੁਰੂ ਨਾਨਕ ਦਾ ਘਰ ਮਰਨ ਦੀ ਕਲਾ ਵੀ ਸਿਖਾਉਂਦਾ ਹੈ ਕਿ ਸਿੱਖਾ ਤੂੰ ਮਰਨਾ ਕਿਹੜੇ ਤਰੀਕੇ ਨਾਲ। ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਇਹ ਮਰਨ ਦਾ ਵੱਲ ਵੀ ਗੁਰੂ ਸਾਹਿਬ ਸਿਖਾਉਣਾ ਚਾਹੁੰਦੇ ਸਨ।
ਕਿਸੇ ਨੂੰ ਨਹੀਂ ਪਤਾ ਲੱਗਾ, ਕਿਸੇ ਦਾ ਕੋਈ ਯਤਨ ਵੀ ਨਹੀਂ ਚੱਲ ਰਿਹਾ ਹੈ ਕਿ ਗੁਰੂ ਸਾਹਿਬ ਬਾਰੇ ਖਬਰਸਾਰ ਲੈ ਲਈਏ। ਕਿਉਂਕਿ ਹੁਣ ਕਈ ਬਾਦਸ਼ਾਹ ਦੇ ਨੇੜੇ ਤੇੜੇ ਦਾ ਵੀ ਕੋਈ ਨਿਕਟਵਰਤੀ ਉਹਨਾਂ ਪਾਸ ਨਹੀਂ ਸੀ ਜਿਹਦੇ ਰਾਹੀਂ ਖਬਰਸਾਰ ਲੈ ਸਕਣ। ਉੱਥੇ ਲਾਹੌਰ ਦੀ ਧਰਤੀ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਆਪਣਾ ਘਰ, ਜਿੱਥੇ ਸੁੰਦਰ ਧਰਮਸ਼ਾਲਾ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਤਿਆਰ ਕਰਵਾਈ, ਉਹ ਧਰਮਸ਼ਾਲਾ ਦੇ ਵਿੱਚ ਜਾ ਕੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਤੇ ਆਪਸ ਵਿੱਚ ਮਿਲ ਮਿਲ ਕੇ ਬੜਾ ਗੁਰੂ ਸਾਹਿਬ ਨੂੰ ਯਾਦ ਕਰ ਕਰਕੇ, ਮਨ ਕਰਕੇ ਬੜੇ ਵਿਰਾਗ ਵਿੱਚ ਸੰਗਤਾਂ ਬਿਹਬਲ ਹੋ ਰਹੀਆਂ ਸਨ। ਪਰ ਦਿਨ ਦੇ ਵਿੱਚ ਹੁਣ ਸੰਗਤਾਂ ਕੋਈ ਕਾਰ ਵਿਹਾਰ ਨਹੀਂ ਕਰਦੀਆਂ। ਰਾਤ ਵੇਲੇ ਸ਼ਾਮਾਂ ਵੇਲੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲ ਰਿਹਾ ਹੈ। ਨਾ ਕੋਈ ਚੱਜ ਨਾ ਕੁਝ ਖਾਂਦਾ ਹੈ, ਨਾ ਕੁਝ ਪੀਂਦਾ ਹੈ। ਖਾਣ ਪੀਣ ਨੂੰ ਕਿੱਥੇ ਜੀ ਕਰਨਾ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਖਬਰ ਨਹੀਂ ਮਿਲ ਰਹੀ। ਜਿਸ ਗੁਰੂ ਦੀ ਯਾਦ ਵਿੱਚ ਸਿੱਖ ਆਨੰਦ ਵਿੱਚ ਜੀਵਨ ਜੀ ਰਿਹਾ ਸੀ, ਜਿਸ ਗੁਰੂ ਦੇ ਦਰਸ਼ਨ ਕਰਕੇ ਸਿੱਖ ਸਭ ਕੁਝ ਖਾਂਦਾ ਪੀਂਦਾ ਹੈ, ਉਹ ਸਤਿਗੁਰੂ ਪਾਤਸ਼ਾਹ ਦੀ ਖਬਰ ਨਾ ਮਿਲਣ ਕਰਕੇ ਨਾ ਕੁਝ ਖਾਣ ਨੂੰ ਚਿੱਤ ਕਰਦਾ ਹੈ, ਨਾ ਕੋਈ ਪੀਣ ਨੂੰ ਮਨ ਕਰਦਾ ਹੈ। ਕਿ ਇਹ ਸਤਿਗੁਰੂ ਜੀ ਚੰਦੂ ਪਾਪੀ ਦੇ ਵਸ ਵਿੱਚ ਪੈ ਗਏ ਹਨ। ਕਾਲ ਕੋਟ ਵੈਜ ਕਰਤਾ, ਬੜੇ ਚਿਰਾਂ ਦਾ ਮਨ ਵਿੱਚ ਸਤਿਗੁਰਾਂ ਦੇ ਪ੍ਰਤੀ ਈਰਖਾ ਪਾਲ ਕੇ ਬੜੇ ਇਹੋ ਜਿਹੇ ਯਤਨ ਕਰ ਰਿਹਾ ਸੀ। ਮੁਗਲ ਚੁਗਲੀ ਉਗਲਤਾ, ਮੁਗਲਾਂ ਦੇ ਕੋਲ ਇਹ ਦਿਨ ਰਾਤ ਚੁਗਲੀ ਕਰ ਰਿਹਾ ਸੀ। ਸਤਿਗੁਰੂ ਪਾਤਸ਼ਾਹ ਦੇ ਖਿਲਾਫ ਕੰਨ ਭਰ ਰਿਹਾ ਸੀ ਇਹ ਪਾਪੀ। ਗੁਰ ਨਾਤਾ ਲਹਿ ਨਾ ਕਬਾ, ਅਸਲ ਗੱਲਾਂ ਤੇ ਲੁਕਾ ਕੇ ਕੇਵਲ ਇੰਨਾ ਹੀ ਯਤਨ ਇਹਨੇ ਕੀਤਾ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸੀਂ ਬਾਣੀ 'ਚ ਮਿਲਾਵਟ ਕਰਾਉਣ ਵਾਸਤੇ ਸ਼ਰਤਾਂ ਰੱਖ ਰਹੇ ਹਾਂ, ਧਰਮ ਬਦਲਣ ਵਾਸਤੇ ਸ਼ਰਤਾਂ ਰੱਖ ਰਹੇ ਹਾਂ, ਪਰ ਮੁੱਖ ਗੱਲ ਇੰਨੀ ਕੁ ਜਿਹੜੀ ਉਜਾਗਰ ਕਰਦਾ ਹੈ ਉਸ ਵਕਤ, ਕਿਉਂਕਿ ਜ਼ਾਲਮ ਵੀ ਆਪਣੇ ਆਪ ਨੂੰ, ਰਾਜਨੀਤਿਕ ਬੰਦੇ ਆਪਣੇ ਆਪ ਨੂੰ ਕਿਨਾਰੇ ਜੇ ਕਰ ਲੈਂਦੇ ਨੇ ਕਿ ਸਾਡੇ ਸਿਰ ਤੇ ਦੋਸ਼ ਨਾ ਆਵੇ, ਉਹ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਨੇ। ਜਹਾਂਗੀਰ ਵਰਗੇ ਆਪਣੇ ਆਪ ਨੂੰ ਕਿਨਾਰੇ ਕਰ ਰਹੇ ਨੇ। ਉਸ ਵਕਤ ਸ਼ੇਖ ਅਹਿਮਦ ਸਰਹੰਦੀ ਵਰਗੇ, ਸ਼ੇਖ ਫਰੀਦ ਬੁਖਾਰੀ ਵਰਗਿਆਂ ਨੇ ਵੀ ਆਪਣੇ ਆਪ ਨੂੰ ਕਿਨਾਰੇ ਰੱਖਿਆ। ਬਾਅਦ 'ਚ ਚਿੱਠੀਆਂ ਰਾਹੀਂ ਇਹਨਾਂ ਦੇ ਕਰਮ ਪਤਾ, ਕਰਤੂਤ ਪਤਾ ਲੱਗੀ ਹੈ ਕਿ ਇਹਨਾਂ ਕਿਵੇਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਸਤੇ ਯਤਨ ਕੀਤੇ ਸਨ। ਹੁਣ ਇਹ ਬਾਰ-ਬਾਰ ਗੱਲ ਸੰਗਤ ਦੇ ਵਿੱਚ ਪ੍ਰਚਲਿਤ ਸੀ ਕਿ ਉਹ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਕਰਾਉਣ ਵਾਸਤੇ ਜਿੱਦ ਕਰ ਰਿਹਾ ਹੈ, ਪਰ ਸਤਿਗੁਰੂ ਸੰਗਤ ਦੇ ਕਹੇ ਬਚਨ ਕਦੀ ਮੋੜਨਗੇ ਨਹੀਂ ਤੇ ਰਿਸ਼ਤਾ ਫਿਰ ਕਰਨਗੇ ਨਹੀਂ। ਇਹ ਲਖਾ ਇਹ ਮਨਵਾਵਤ ਲਖਿਅਤ ਤਬ, ਲੱਗਦਾ ਹੈ ਉਹ ਆਪਣੀ ਗੱਲ ਮਨਾਉਣ ਵਾਸਤੇ ਸਤਿਗੁਰਾਂ ਨੂੰ ਬਾਰ-ਬਾਰ ਜ਼ੋਰ ਲਾ ਕੇ ਆਪਣੀ ਜਿੱਦ ਤੇ ਅੜਿਆ ਹੋਵੇਗਾ। ਆਠ ਕੋ ਤਿਆਗੈ ਲਿਹ ਸਗਾਈ, ਸਤਿਗੁਰੂ ਪਾਤਸ਼ਾਹ ਜੇ ਕਿਤੇ ਆਪਣੀ ਗੱਲ ਛੱਡ ਕੇ, ਆਪਣਾ ਪ੍ਰਣ ਛੱਡ ਕੇ ਜਿਹੜਾ ਸੰਗਤ ਨੂੰ ਬਚਨ ਦੇ ਦਿੱਤਾ ਹੈ ਨਾ, ਸੰਗਤ ਦਾ ਹੁਣ ਮਾਣ ਤੇ ਸਤਿਗੁਰੂ ਤੋੜ ਨਹੀਂ ਨਾ ਸਕਦੇ। ਸੰਗਤ ਨੂੰ ਤੇ ਸਤਿਗੁਰਾਂ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ। ਜਿਸ ਸੰਗਤ ਬਾਰੇ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੂ, ਜੇ ਸੰਗਤ ਵਿੱਚ ਰੱਬ ਵਸਦਾ ਹੋਵੇ, ਗੁਰੂ 20 ਵਿਸਵੇ ਸੰਗਤ 21 ਵਿਸਵੇ ਕਹਿ ਕੇ ਮਾਣ ਕੀਤਾ। ਜਿਸ ਸੰਗਤ ਨੂੰ ਗੁਰੂ ਨਾਨਕ ਸਾਹਿਬ ਨੇ ਮਾਣ ਕੀਤਾ, ਜੋ ਭਾਈ ਗੁਰਦਾਸ ਜੀ ਕਹਿੰਦੇ ਸਿੱਧ ਪੁੱਛਦੇ ਤੁਹਾਡੇ ਕੋ ਕਿਹੜੀ ਕਰਾਮਾਤ ਹੈ, ਤੇ ਉਦੋਂ ਵੀ ਉਹਨਾਂ ਨੇ ਕਿਹਾ ਸੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਹ ਗੁਰੂ ਕੀ ਸੰਗਤ ਤੇ ਬਾਣੀ ਤੋਂ ਬਗੈਰ ਕੋਈ ਓਟ ਨਹੀਂ। ਬੜਾ ਵੱਡਾ ਮਾਣ ਹੈ ਸੰਗਤ ਨੂੰ ਰੱਬ ਰੂਪ ਕਹਿ ਕੇ, ਸੰਗਤ ਵਿੱਚ ਰੱਬ ਦੀ ਗੱਲ ਕਹੀ ਹੈ ਤੇ ਇਹਦਾ ਹੁਕਮ ਤੇ ਗੁਰੂ ਸਾਹਿਬ ਨਹੀਂ ਸੀ ਮੋੜ ਸਕਦੇ। ਸੰਗਤ ਵਿਚਾਰਦੀ ਹੈ ਜੇ ਕਿਤੇ ਸਤਿਗੁਰੂ ਉਹਦੀ ਗੱਲ ਮੰਨ ਜਾਣ, ਉਹ ਸਗਾਈ ਕਰ ਲੈਣ, ਇਹ ਬਾਤ ਆਛੇ ਬਣ ਆਈ, ਤੇ ਚੰਦੂ ਦੀ ਗੱਲ ਮੰਨਣ, ਫਿਰ ਤੇ ਸ਼ਾਇਦ ਉਹ ਚੰਦੂ ਛੱਡ ਦੇ। ਪਰ ਉਹ ਵੀ ਬੜਾ ਜਿੱਦੀ ਚੰਦੂ ਪਾਪੀ, ਉਹ ਸਤਿਗੁਰਾਂ ਨਾਲ ਭਲੀ ਨਹੀਂ ਕਰੇਗਾ। ਦੋਹਰਾ ਉਠਿਓ ਪ੍ਰਾਤ ਚੰਦੂ ਦੁਸ਼ਟ, ਚਿਤਵਤ ਚਿਤ ਗੁਰ ਬਾਤ। ਇਹ ਜਿੱਦਾਂ ਹੁਣ ਆ ਦਿਨ ਚੜਿਆ ਸੀ ਨਾ, ਚੰਦੂ ਵੀ ਜਦੋਂ ਉੱਠਿਆ ਹੈ, ਹੁਣ ਉੱਠ ਕਰਕੇ ਮਨ ਹੀ ਮਨ ਵਿੱਚ ਵਿਚਾਰਾਂ ਕਰਦਾ ਹੈ। ਪਿਛਲੇ 4 ਦਿਨਾਂ ਤੋਂ ਲਗਾਤਾਰ ਯਤਨ ਕਰ ਰਿਹਾ ਹੈ ਕਸ਼ਟ ਦੇ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ। ਹੁਣ ਵੀ ਇਹਨੇ ਮਨ ਦੇ ਵਿੱਚ ਯਤਨ ਕੀਤਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਮੇਰੀ ਗੱਲ ਮੰਨ ਜਾਣ। ਆਜ ਮਨਾਵੋ ਜਿਨ ਚਾਹੋ ਜਿਮ ਚਾਹੋ, ਨਾਹੇ ਤਾਂ ਕਰਹੁ ਘਾਤ। ਤੇ ਮਨ 'ਚ ਪਤਾ ਕੀ ਕਹਿੰਦਾ, ਕਹਿੰਦਾ ਅੱਜ ਜੇ ਗੁਰੂ ਸਾਹਿਬ ਮੇਰੀ ਗੱਲ ਮੰਨ ਜਾਣ ਜਿੱਦਾਂ ਮੈਂ ਚਾਹੁੰਦਾ, ਮੇਰੀਆਂ ਸ਼ਰਤਾਂ ਅਗਰ ਮੰਨ ਜਾਂਦੇ ਨੇ ਗੁਰੂ ਸਾਹਿਬ ਤੇ ਠੀਕ ਹੈ, ਨਹੀਂ ਤਾਂ ਮੈਂ ਉਹਨਾਂ ਦਾ ਘਾਤ ਕਰ ਦਿਆਂਗਾ। ਭਾਵ ਉਹਨਾਂ ਨੂੰ ਮਾਰ
ਇਹ ਖਤਮ ਕਰਨ ਦਾ, ਜਿਹੜਾ ਗੁਰੂ ਅਬਿਨਾਸ਼ੀ ਹੈ ਉਹਨੂੰ ਮਾਰਨ ਦੀ ਇਹ ਗੱਲ ਆਪਣੇ ਮੁਖ ਚੋਂ ਪਾਪੀ ਕਹਿ ਰਿਹਾ ਹੈ। ਚਾਉ ਪਈ ਅਤ ਪ੍ਰੈ ਧਰਮ ਮਰਦੇ ਜਸ ਕੀਰੇ। એટલે ਗੁਰੂ ਸਾਹਿਬ ਨੂੰ ਆਪਣਾ ਧਰਮ ਬੜਾ ਪਿਆਰਾ ਹੈ, ਉਹ ਆਪਣਾ ਧਰਮ ਨਹੀਂ ਛੱਡਣ ਵਾਸਤੇ ਤਿਆਰ ਹੈ। ਉਹਨਾਂ ਨੇ ਇੱਕੋ ਗੱਲ ਕਹੀ, ਜੇ ਮਰ ਕੇ, ਭਾਵ ਕਿ ਜੇ ਦੂਜੇ ਧਰਮ ਦੇ ਵਿੱਚ ਕੀ ਮੌਤ ਨਹੀਂ ਆਉਂਦੀ, ਜੇ ਧਰਮ ਬਦਲਿਆਂ ਵੀ ਮੌਤ ਦਾ ਸਾਹਮਣਾ ਕਰਨਾ ਪੈਂਦਾ, ਫਿਰ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਕਿਉਂ ਨਾ ਮਰੀਏ। ਤੇ ਫਿਰ ਬਾਬੇ ਨਾਨਕ ਦਾ ਧਰਮ ਤੇ ਐਸਾ ਧਰਮ ਹੈ ਜਿਹਦੇ ਵਿੱਚ ਬਾਰ-ਬਾਰ ਦ੍ਰਿੜ ਕਰਾਇਆ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹੋ ਜਿਹਾ ਧਰਮ, ਇੱਕੋ ਧਰਮ ਦ੍ਰਿੜ ਹੈ। ਸੱਚ, ਕੋਈ ਸੱਚ ਦਾ ਰਾਹ ਕਿਵੇਂ ਛੱਡ ਸਕਦੇ ਨੇ? ਸਚਿਆਰ ਬਣ ਕੇ ਜਿਹੜੇ ਰਸਤੇ ਤੇ ਤੁਰੇ ਨੇ, ਉਹ ਸੱਚ ਛੱਡ ਕੇ ਉਹਨਾਂ ਦੇ ਕਹੇ ਅਨੁਸਾਰ ਕਿਵੇਂ ਗੱਲ ਕਿਸੇ ਦੇ ਅੱਗੇ ਝੁੱਕ ਕੇ ਕਰ ਸਕਦੇ ਸਨ। ਤਿਸ ਖੋਵਨ ਹਿਤ ਤਰਾਸ ਕਨੇਰੇ। ਕਹਿ ਲੱਗੇ ਗੁਰੂ ਸਾਹਿਬ ਨੂੰ ਉਹਨਾਂ ਦਾ ਧਰਮ ਦਾ ਡਰਾਵਾ ਦਈਏ, ਕਿਸੇ ਤਰ੍ਹਾਂ ਗੁਰੂ ਸਾਹਿਬ ਡਰ ਕੇ ਹੀ ਮੇਰੀ ਗੱਲ ਮੰਨ ਜਾਣ। ਕਰੋ ਆਜ ਬਿਦ ਸੁਤਾ ਸਗਾਈ। ਜੇ ਗੁਰੂ ਸਾਹਿਬ ਮੇਰੇ ਤੋਂ ਡਰ ਜਾਣਗੇ ਕਿਸੇ ਤਰੀਕੇ ਦੇ ਨਾਲ, ਤੇ ਮੈਂ ਆਪਣੀ ਗੱਲ ਮਨਵਾ ਲਵਾਂਗਾ। ਕੈ ਗੋ ਚਰਮ ਦਿਓ ਮੜਵਾਈ। ਪਰ ਜੇ ਨਹੀਂ ਮੰਨਣਗੇ ਤੇ ਗਾਂ ਦੇ ਮਾਸ ਦੇ ਵਿੱਚ, ਗਾਂ ਦਾ ਜਿਹੜਾ ਚਮੜਾ ਏ ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਮੜ ਦਿੱਤਾ ਜਾਵੇਗਾ। ਇਮ ਚਿਤਵਤ ਪਹੁੰਚਿਓ ਤਹ ਆਈ। ਇਸ ਤਰ੍ਹਾਂ ਮਨ ਦੇ ਵਿੱਚ ਕਪਟ ਰੱਖ ਕੇ, ਮਨ ਦੇ ਵਿੱਚ ਪਾਪ ਰੱਖ ਕਰਕੇ ਸਤਿਗੁਰੂ ਪਾਤਸ਼ਾਹ ਦੇ ਕੋਲ ਚੱਲ ਕੇ ਆਇਆ ਪਾਪੀ। ਬੈਠਿਓ ਦੁਸ਼ਟ ਕ੍ਰੋਧ ਉਪਜਾਈ। ਜਿਹਦੇ ਹਿਰਦੇ ਦੇ ਅੰਦਰ ਕ੍ਰੋਧ ਹੈ, ਵੈਰ ਹੈ, ਈਰਖਾ ਹੈ, ਇਹੋ ਜਿਹਾ ਦੁਸ਼ਟ ਸਤਿਗੁਰਾਂ ਦੇ ਕੋਲ ਆ ਕੇ ਬੈਠ ਜਾਂਦਾ ਹੈ। ਨਿਕਟ ਗੁਰੂ ਕੇ ਬਾਗ ਬਖਾਨਾ। ਤੇ ਕੋਲ ਬਹਿ ਕੇ ਕਿਤੇ ਗੁਰੂ ਕੇ ਚਰਨਾਂ ਤੇ ਸਿਰ ਰੱਖ ਦਿੰਦਾ ਨਾ, ਤੇ ਜਨਮਾਂ ਜਨਮਾਂ ਦੇ ਪਾਪ ਮੁੱਕ ਜਾਣੇ। ਪਰ ਇਸ ਪਾਪੀ ਦੇ ਭਾਗ ਹੀ ਮਾੜੇ ਸਨ। ਸਤਿਗੁਰਾਂ ਦੇ ਕੋਲ ਆ ਕੇ ਮਨ ਦੀ ਮਾੜੀ ਸੋਚ ਲੈ ਕਰਕੇ ਆਇਆ, ਮੰਦਾ ਚਿਤਵਤ ਚਿਤਵਤ ਪਚਿਆ, ਇਹ ਅਵਸਥਾ ਸੀ। ਕਹਿੰਦੇ ਸਤਿਗੁਰਾਂ ਨੂੰ ਕਹਿਣ ਲੱਗਾ, ਆਬ ਲਓ ਨਾਤਾ ਲਿਹੋ ਮਨ ਮਾਨਾ। ਕਿ ਤੁਸੀਂ ਮੇਰੀ ਗੱਲ ਮੰਨ ਲਓ, ਮੇਰੀਆਂ ਸ਼ਰਤਾਂ ਪ੍ਰਵਾਨ ਕਰ ਲਓ, ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਜਹਾਂਗੀਰ ਦੇ ਕਹੇ ਅਨੁਸਾਰ, ਮਲਾਣਿਆਂ ਦੇ ਕਹੇ ਅਨੁਸਾਰ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਕਹੇ ਅਨੁਸਾਰ ਮਿਲਾਵਟ ਪਾ ਦਿਓ। ਸਾਡੀਆਂ ਗੱਲਾਂ ਜਿਹੜੀਆਂ ਤੁਸੀਂ ਮੰਨ ਲੈਣਾ ਕਰੋ। ਸਕਲ ਮੁਲਕ ਮਾਲਕ ਅਬਸ਼ਾਹੂ। ਇਹ ਸਾਰਾ ਮੁਲਕ ਜਿਹੜਾ ਹੈ, ਜਿੱਥੇ ਜਹਾਂਗੀਰ ਦਾ, ਮੁਗਲਾਂ ਦਾ ਹੁਕਮ ਚੱਲਦਾ ਹੈ, ਇਸ ਦੀਵਾਨ ਮੈਂ ਬੈਠਤ ਪਾਹੂ। ਤੇ ਮੈਂ ਉਹਦਾ ਵਜ਼ੀਰ ਹਾਂ, ਦੀਵਾਨ ਹਾਂ, ਉਹਦੇ ਕੋਲ ਬੈਠਦਾ। ਜਿੱਥੇ ਬਾਦਸ਼ਾਹ ਦਾ ਹੁਕਮ ਸਾਰੇ ਪਾਸੇ ਹੈ, ਤੇ ਫਿਰ ਮੇਰੀ ਵੀ ਗੱਲ ਸਾਰੇ ਪਾਸੇ ਚੱਲਦੀ ਹੈ। ਇਦਾਂ ਸਤਿਗੁਰਾਂ ਨੂੰ ਡਰਾਉਣ ਦਾ ਯਤਨ ਕਰਦਾ ਹੈ। ਜਹ ਲਗ ਰਾਜ ਤੁਰਕ ਪਤ ਕੇਰਾ। ਜਿੱਥੋਂ ਤੱਕ ਤੁਰਕਾਂ ਦਾ ਦੂਰ ਦੂਰ ਤੱਕ ਇਹ ਰਾਜ ਹੈ, ਮੁਗਲਾਂ ਦਾ ਰਾਜ ਹੈ, ਤਹ ਲਗ ਹੁਕਮ ਚਲਤ ਹੈ ਮੇਰਾ। ਤੇ ਜਿੱਥੇ ਮੁਗਲਾਂ ਦਾ ਰਾਜ ਚੱਲਦਾ ਹੈ, ਪਾਪੀ ਚੰਦੂ ਕਹਿੰਦਾ ਮੇਰਾ ਵੀ ਉੱਥੋਂ ਤੱਕ ਹੁਕਮ ਚੱਲਦਾ ਹੈ। ਤਰਾਸ ਨ ਤਨਕ ਸੋ ਮਨ ਮਹਿ ਜਾਨਾ। ਸਤਿਗੁਰੂ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਮੇਰਾ ਬਿਲਕੁਲ ਵੀ ਡਰ ਜਿਹੜਾ ਹੈ ਉਹ ਮਨ ਵਿੱਚ ਨਹੀਂ ਰੱਖਦੇ ਹੋ। ਕਰਿਓ ਅਨਾਦਰ ਰੰਗ ਸਮਾਨਾ। ਜਿਵੇਂ ਕੋਈ ਗਰੀਬ ਬੰਦੇ ਦਾ ਬਾਦਸ਼ਾਹ ਨੇ ਨਰਾਦਰ ਕਰਤਾ ਹੋਵੇ, ਪ੍ਰਵਾਹ ਨਾ ਕੀਤੀ ਹੋਵੇ, ਇਦਾਂ ਤੁਸੀਂ ਨਰਾਦਰ ਕਰਦੇ ਹੋ। ਸਤਿਗੁਰੂ ਤੇ ਗਰੀਬ ਦਾ ਕਦੀ ਨਰਾਦਰ ਨਹੀਂ ਕਰਦੇ, ਉਹ ਤੇ ਗਰੀਬ ਨਵਾਜ ਨੇ। ਪਰ ਜਿਵੇਂ ਵੱਡੇ ਵੱਡੇ ਬੰਦੇ, ਬਾਦਸ਼ਾਹ, ਅਮੀਰ, ਵਜ਼ੀਰ, ਗਰੀਬਾਂ ਦੀ ਕਦਰ ਨਹੀਂ ਕਰਦੇ, ਬੇਕਦਰੀ ਕਰਦੇ ਆ, ਸਤਿਗੁਰੂ ਪਾਤਸ਼ਾਹ ਇਹਦਾ ਇਹ ਹਾਲ ਬਣਾਈ ਬੈਠੇ ਆ। ਕੋਈ ਪ੍ਰਵਾਹ ਨਹੀਂ ਕਰਦੇ ਕਿ ਐਡਾ ਵੱਡਾ ਕੋਈ ਬਾਦਸ਼ਾਹ ਨਾਲ ਦੀ ਗੱਲਬਾਤ ਹੋਏਗੀ। ਸਤਿਗੁਰੂ ਕੋਈ ਡਰ ਨਹੀਂ ਮੰਨਦੇ। ਇਹ ਕਹਿੰਦਾ ਤੁਸੀਂ ਤੇ ਗਰੀਬਾਂ ਵਾਂਗੂ ਮੇਰਾ ਨਰਾਦਰ ਕਰ ਰਹੇ ਹੋ, ਮੇਰੀ ਪ੍ਰਵਾਹ ਨਹੀਂ ਕਰਦੇ ਹੋ। ਸੋ ਫਲ ਅਬ ਲੇਵੋ ਦੁਖ ਘਣੇ। ਇਸ ਕਰਕੇ ਜੇ ਤੁਸੀਂ ਮੇਰੀ ਪ੍ਰਵਾਹ ਨਹੀਂ ਕਰਦੇ ਤੇ ਹੁਣ ਮੈਂ ਤੁਹਾਨੂੰ ਦੁੱਖ ਦਵਾਂਗਾ। ਇਹ ਤੁਹਾਨੂੰ ਇਸੇ ਕਰਕੇ ਤੁਹਾਨੂੰ ਇਹ ਦੁੱਖ ਦੇ ਰਿਹਾ, ਇਹ ਫਲ ਤੁਹਾਨੂੰ ਤੁਹਾਡੇ ਇਹਨਾਂ ਕਾਰਨਾਂ ਕਰਕੇ ਮਿਲ ਰਿਹਾ ਹੈ। ਬਿਨਾ ਧਰਮ ਕਰ ਅਬ ਦਿਓ ਹਣੇ। ਹੁਣ ਮੈਂ ਤੁਹਾਡੇ ਧਰਮ ਦਾ ਵੀ ਨਾਸ਼ ਕਰ ਦਿਆਂਗਾ। ਤੁਹਾਡਾ ਧਰਮ ਕਿਉਂਕਿ ਬਦਲਣ ਦਾ ਯਤਨ ਕਰ ਰਹੇ ਨੇ ਬਾਰ-ਬਾਰ ਸਤਿਗੁਰੂ ਪਾਤਸ਼ਾਹ ਨੂੰ। ਧੇਮ ਚਰਮ ਕੋ ਲੇਕਰ ਗੀਲਾ। ਤੇ ਹੁਣ ਡਰਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੂੰ ਇੱਕ ਜਿਹੜਾ ਗਾਂ ਦਾ ਚਮੜਾ ਹੈ, ਜਿਹੜਾ ਗਿੱਲਾ ਸੀ, ਅਜੇ ਤਾਜ਼ਾ ਗਾਂ ਨੂੰ ਮਾਰ ਕੇ ਲਿਆਉਣਾ ਹੈ, ਉਹ ਲਿਆਉਣ ਦਾ ਯਤਨ ਕੀਤਾ। ਲਪਟਾਵੈ ਜੇਤਕ ਦੁਵਡੀਲਾ। ਕਿ ਉਹਦੇ ਵਿੱਚ ਹੁਣ ਤੁਹਾਨੂੰ ਮੈਂ ਚੰਗੀ ਤਰੀਕੇ ਦੇ ਨਾਲ ਇਹ ਜਿਹੜਾ ਤੁਹਾਡਾ ਸਰੀਰ ਹੈ ਨਾ, ਉਹਦੇ ਵਿੱਚ ਭਾਵ ਉਹ ਸਰੀਰ ਨੂੰ ਉਸ ਚਮੜੇ ਦੀ ਖੱਲ ਵਿੱਚ ਮੜ ਦਿੱਤਾ ਜਾਵੇਗਾ। ਉਹਨੇ ਆਤਮ ਮੈਂ ਦੇਹੋ ਬਿਠਾਏ। ਫਿਰ ਉਹ ਸਰੀਰ ਦੇ ਵਿੱਚ ਜਦੋਂ ਮੜਿਆ ਜਾਏਗਾ, ਹੌਲੀ ਹੌਲੀ ਜਿਹੜਾ ਉਹ ਸਰੀਰ ਵਿੱਚ ਬਿਠਾਉਣ ਕਰਕੇ ਜਿਹੜਾ ਚਮੜਾ ਹੈ ਉਹ ਹੌਲੀ ਹੌਲੀ ਸੁੱਕ ਜਾਵੇਗਾ। ਸੁਸਕ ਹੈ ਪ੍ਰਾਣ ਤੋਹੇ ਬਿਨਸਾਏ। ਤੇ ਜਦੋਂ ਸੁੱਕ ਜਾਏਗਾ ਨਾ ਚਮੜਾ, ਭਾਵ ਜਦੋਂ ਧੁੱਪੇ ਤੁਹਾਨੂੰ ਬਿਠਾ ਦਿਆਂਗੇ
ਹੁਣ ਸੇਕ ਪਏਗਾ ਚਮੜਾ ਸਰੀਰ ਤੇ ਚਾੜ ਕੇ, ਤੇ ਜਦੋਂ ਤੁਹਾਨੂੰ ਧੁੱਪੇ ਬਿਠਾਵਾਂਗੇ ਧੁੱਪ ਦੇ ਸੇਕ ਨਾਲ ਚਮੜਾ ਸੁੱਕੇਗਾ, ਤੇ ਜਦੋਂ ਚਮੜਾ ਸੁੱਕੇਗਾ, ਵੇਖੋ ਸਾਧ ਸੰਗਤ ਕਈ ਵਾਰ ਸਾਡੇ ਸਰੀਰ ਤੇ ਥੋੜਾ ਜਿਹਾ ਜ਼ਖਮ ਜਿਹਾ ਹੋ ਜੇ ਨਾ, ਸੱਟ ਲੱਗੀ ਹੋਵੇ ਜਾਂ ਕਿਤੇ ਰਗੜਾਂ ਪਈਆਂ ਹੋਣ, ਤੇ ਜਿਉਂ-ਜਿਉਂ ਸਾਡਾ ਮਾਸ ਸੁੱਕਦਾ ਹੈ ਉਹ ਅਕੜਾ ਚੜ੍ਹਦਾ ਹੈ। ਕਈ ਵਾਰ ਜ਼ਿਆਦਾ ਜ਼ਖਮ ਹੋਵੇ ਨਾ, ਕਿਸੇ ਦੇ ਅਕੜਾ ਜ਼ਿਆਦਾ ਚੜ੍ਹ ਜੇ, ਤੇ ਜ਼ਿਆਦਾ ਅਕੜਾ ਦੀ ਪੀੜ ਨਾ ਝੱਲ ਕੇ ਕਈਆਂ ਨੂੰ ਤਾਪ ਚੜ੍ਹ ਜਾਂਦਾ ਹੈ, ਬੁਖਾਰ ਚੜ੍ਹ ਜਾਂਦਾ। ਜਦੋਂ ਸਰੀਰ ਤੇ ਵੀ ਰਗੜਾਂ ਲੱਗੀਆਂ ਹੋਣ, ਕੋਈ ਸੱਟ ਲੱਗੀ ਹੋਵੇ, ਤੇ ਗੁਰੂ ਸਾਹਿਬ ਦੇ ਸਰੀਰ ਤੇ ਇਦਾਂ ਦਾ ਅਕੜਾ ਚੜਾ ਕੇ ਉਹ ਚਮੜੇ ਦੀ ਖੱਲ ਮੜ ਕੇ ਕਹਿੰਦਾ ਧੁੱਪੇ ਰੱਖ ਕੇ ਸੁਕਾਵਾਂਗਾ, ਤੇ ਤੁਹਾਡੇ ਸਰੀਰ ਤੇ ਜਿਉਂ-ਜਿਉਂ ਇਹ ਸੁੱਕਦਾ ਸੁੱਕਦਾ ਚਮੜਾ ਚਿੰਬੜਦਾ ਜਾਏਗਾ, ਸਰੀਰ ਜਿਹੜਾ ਹੈ ਇਹ ਤੁਹਾਡੇ ਸਰੀਰ ਨੂੰ ਬਹੁਤ ਕਸ਼ਟ ਦੇਵੇਗਾ। ਉਹਨੇ ਪਠਾਉਮੈ ਆਪਣ ਸਿਪਾਹੀ, ਕਹਿਣ ਲੱਗੇ ਜਿੱਥੇ ਤੁਹਾਨੂੰ ਇਦਾਂ ਮੈਂ ਤੁਹਾਡਾ ਨਸ਼ਟ ਕਰਕੇ ਤੁਹਾਨੂੰ ਖਤਮ ਕਰ ਦਿਆਂਗਾ, ਫਿਰ ਮੈਂ ਆਪਣੇ ਸਿਪਾਹੀ ਜਿਹੜੇ ਨੇ ਉਹ ਤਿਆਰ ਕਰਕੇ ਘਰ ਕੋ ਲੂੜ ਲਹੇ ਧਨ ਪਾਹੀ, ਤੁਹਾਡੇ ਘਰ ਭੇਜਾਂਗਾ, ਤੁਹਾਡਾ ਘਰ ਘਾਟ ਸਾਰਾ ਕੁਝ ਜ਼ਬਤ ਕਰ ਲਵਾਂਗਾ। ਗਹਿ ਲਹਿ ਤਬ ਨੰਦਨ ਤੇਰਾ, ਫਿਰ ਕਿ ਇੱਥੇ ਹੀ ਨਹੀਂ ਮੈਂ ਰੁਕਾਂਗਾ, ਤੁਹਾਡੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਰੇ ਵੀ ਇਹ ਬਚਨ ਕਰ ਰਿਹਾ ਕਿ ਤੁਹਾਡਾ ਜਿਹੜਾ ਪੁੱਤਰ ਹੈ ਉਹਨੂੰ ਵੀ ਮੈਂ ਅੱਗੇ ਜਾ ਕੇ ਗ੍ਰਿਫਤਾਰ ਕਰ ਲਵਾਂਗਾ। ਇਸੇ ਰੀਤ ਦੇ ਕਸ਼ਟ ਵਡੇਰਾ, ਇਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਕਸ਼ਟ ਦਿੱਤੇ ਹੈ, ਕਹਿੰਦਾ ਇਦਾਂ ਹੀ ਤੁਹਾਡੇ ਪੁੱਤਰ ਨੂੰ ਵੀ ਮੈਂ ਕਸ਼ਟ ਦੇਵਾਂਗਾ। ਕਰੋ ਘਾਤ ਨਹਿ ਜੀਵਤ ਸ਼ੌਰੈ, ਉਹਨੂੰ ਵੀ ਮੈਂ ਖਤਮ ਕਰਾਂਗਾ। ਗੁਰੂ ਨੂੰ ਖਤਮ ਕਰਨ ਦਾ ਯਤਨ ਕਰ ਰਿਹਾ ਹੈ। ਜਿਨ੍ਹਾਂ ਨੇ ਮਨ ਵਿੱਚ ਇਹੋ ਜਿਹੇ ਭਾਵ ਰੱਖੇ ਉਹਨਾਂ ਦਾ ਆਪਣਾ ਕੁਝ ਨਹੀਂ ਰਿਹਾ। ਜਿਹੜਾ ਗੁਰੂ ਦੇ ਦਰ ਤੇ ਨਿਮਰਤਾ ਲੈ ਕੇ ਆਇਆ, ਭਾਵਨਾ ਨਾਲ ਆਇਆ, ਉਹ ਝੋਲੀਆਂ ਭਰ ਕੇ ਲੈ ਗਿਆ, ਤੇ ਜਿਹੜਾ ਮਨ ਵਿੱਚ ਮਾੜੀ ਸੋਚ ਲੈ ਕੇ ਆਇਆ, ਗੱਲ ਆਪਣੀ ਸੋਚ ਦਾ ਅਸਰ ਉਹਦੇ ਤੇ ਹੋ ਗਿਆ। ਆਪਣੇ ਕਰਮਾਂ ਕਰਕੇ, ਆਪਣੀ ਸੋਚ ਕਰਕੇ ਨੁਕਸਾਨ ਉਹਨਾਂ ਕਰਵਾਇਆ। ਆਪਣੀ ਜੜ ਆਪ ਹੀ ਪੁੱਟ ਬੈਠੇ। ਗੁਰੂ ਦਾ ਕੁਝ ਨਹੀਂ ਵਿਗੜਦਾ। ਜਿਵੇਂ ਅਸਮਾਨ ਵਾਲੇ ਪਾਸੇ ਨੂੰ ਤੀਰ ਚਲਾਈਏ ਨਾ, ਉਹ ਤੀਰ ਆਪਣੇ ਤੇ ਹੀ ਆ ਕਰਕੇ ਡਿੱਗਦਾ ਹੈ। ਉੱਪਰ ਨੂੰ ਮੂੰਹ ਕਰਕੇ ਅਸਮਾਨ ਵੱਲ ਨੂੰ ਕੋਈ ਥੁੱਕਣ ਦਾ ਯਤਨ ਕਰੇ, ਉਹ ਉਹਦੇ ਉੱਪਰ ਹੀ ਚਿੱਕੜ ਗੰਦ ਪੈ ਜਾਂਦਾ ਹੈ। ਗੁਰੂ ਦਾ ਤੇ ਕੁਝ ਵਿਗਾੜ ਨਹੀਂ ਸੀ ਸਕਦਾ। ਉਹ ਤੀਰ ਚਲਾ ਰਿਹਾ ਅਸਮਾਨ ਨੂੰ, ਅਸਮਾਨ ਦਾ ਕੀ ਵਿਗੜਨਾ, ਉਹ ਤੀਰ ਇਹਦੇ ਆਪਣੇ ਹੀ ਵੱਜਣ ਵਾਲਾ। ਵਿਗਾੜਨਾ ਗੁਰੂ ਦਾ ਚਾਹੁੰਦਾ, ਇਹ ਆਪਣੀ ਜੜ ਪੁੱਟ ਰਿਹਾ ਹੈ ਪਾਪੀ, ਕਿ ਉਹਨਾਂ ਨੂੰ ਵੀ ਇਦਾਂ ਕਸ਼ਟ ਦੇਵਾਂਗਾ ਮੈਂ। ਉਹ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਹਿ ਰਿਹਾ, ਮੈਂ ਉਹਨਾਂ ਨੂੰ ਵੀ ਛੱਡਾਂਗਾ ਨਹੀਂ। ਬਿਨਾ ਬੰਸ ਕਰ ਹੋਂ ਦੁਖ ਘੋਰੈ, ਤੁਹਾਡੀ ਅੰਸ਼ ਬੰਸ਼ ਵੀ ਖਤਮ ਕਰ ਦਿਆਂਗਾ, ਇਦਾਂ ਸਾਰੀ ਅੰਸ਼ ਬੰਸ਼ ਨੂੰ ਕਸ਼ਟ ਦੇਵਾਂਗਾ। ਨਾਹੇ ਤਾਂ ਨਾਤਾ ਮਾਨੋ ਆਜ, ਨਹੀਂ ਤੇ ਮੇਰੀਆਂ ਸ਼ਰਤਾਂ ਮੰਨ ਲੈਣਾ ਕਰੋ ਅੱਜ ਤੁਸੀਂ। ਬਚਹਿ ਪ੍ਰਾਣ ਸਭ ਸੁਧ ਰਹਿ ਕਾਜ, ਜੇ ਮੇਰੀ ਗੱਲ ਮੰਨ ਲੈਂਦੇ ਹੋ, ਤੁਹਾਡਾ ਜੀਵਨ ਬਚ ਜਾਏਗਾ, ਸਾਰੇ ਕੰਮ ਸੌਖੇ ਹੋ ਜਾਣਗੇ ਤੁਹਾਡੇ। ਸੁਲਹੀ ਸੁਲਭੀ ਪ੍ਰਥਿਆ ਮਰਿਓ, ਭਾਵੇਂ ਸੁਲੀ ਖਾਂ ਵੀ ਤੁਹਾਡੇ ਵਾਲੇ ਪਾਸੇ ਆਇਆ, ਸੁਲਭੀ ਖਾਂ, ਪ੍ਰਿਥੀ ਚੰਦ, ਇਹ ਸਾਰੇ ਤੁਹਾਡੇ ਨਾਲ ਵੈਰ ਕਮਾਉਣਾ ਚਾਹੁੰਦੇ ਸਨ, ਪਰ ਉਹ ਆਪ ਖਤਮ ਹੋ ਗਏ। ਕਰੇ ਯਤਨ ਤੂੰ ਹਾਥ ਨਾ ਪਰਿਓ, ਉਹਨਾਂ ਬੜਾ ਯਤਨ ਕੀਤਾ ਪਰ ਉਹਨਾਂ ਦੇ ਹੱਥ ਕੁਝ ਨਾ ਪਿਆ, ਉਹ ਆਪ ਹੀ ਖਤਮ ਹੋ ਗਏ ਸਨ। ਚਹਤ ਗਏ ਮਰ ਪੁੱਜੀ ਨਾ ਆਸਾ, ਉਹ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ, ਗੁਰੂ ਸਾਹਿਬ ਦੇ ਨਾਲ ਵੈਰ ਕਮਾਉਂਦੇ ਰਹਿ ਗਏ, ਸੁਲੀ ਖਾਂ, ਸੁਲਭੀ ਖਾਂ ਵਰਗੇ। ਤੇ ਚੰਦੂ ਪਾਪੀ ਕਹਿੰਦਾ ਉਹ ਤੇ ਮਰ ਗਏ ਨੇ, ਉਹਨਾਂ ਦੀ ਆਸ ਤੇ ਭਾਵੇਂ ਕੋਈ ਪੂਰੀ ਨਹੀਂ ਹੋਈ ਹੈ। ਮੈਂ ਅਬ ਕਰਹੋਂ ਤੋਰ ਬਿਨਾਸਾ, ਪਰ ਜਿਹੜੀ ਸੋਚ ਉਹ ਲੈ ਕੇ ਆਏ ਸੀ ਨਾ, ਉਹ ਕੰਮ ਮੈਂ ਕਰਾਂਗਾ। ਇਹ ਪਾਪੀ ਕਹਿੰਦਾ ਹੈ, ਮੈਂ ਤੁਹਾਡਾ ਨਾਸ਼ ਕਰਾਂਗਾ। ਕਿਸ ਬਲ ਕੇ ਭਰੋਸ ਉਲ ਭੁੱਲਾ, ਕਿਹਦਾ ਭਰੋਸਾ ਹੈ ਤੁਹਾਨੂੰ ਜੋ ਤੁਸੀਂ ਭੁੱਲੇ ਪਏ? ਵੇਖੋ ਕਿੱਡੀ ਵੱਡੀ ਤਾਕਤ ਹੈ ਮੇਰੇ ਕੋਲ, ਕਿੱਡਾ ਵੱਡਾ ਰਾਜ ਭਾਗ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਅੰਦਰੋਂ ਅੰਦਰੋਂ ਮੁਸਕਰਾਉਂਦੇ ਨੇ ਇਹਦੀ ਬਚਨ ਸੁਣ ਕਰ, ਬੋਲ ਸੁਣ ਕਰਕੇ ਇਸ ਪਾਪੀ ਦੇ ਵੱਲ। ਇਹ ਕਿਹੜੇ ਰਾਜ ਦਾ ਮਾਣ ਕਰੀ ਬੈਠਾ? ਇਹੋ ਜਿਹੇ ਰਾਜ ਵਾਲੇ ਤੇ ਕਈ ਆਏ ਤੇ ਕਈ ਚਲੇ ਗਏ, ਤੇ ਜਿਨ੍ਹਾਂ ਦਾ ਦੁਨੀਆ 'ਚ ਨਾਮੋ ਨਿਸ਼ਾਨ ਵੀ ਮੁੱਕ ਜਾਂਦਾ ਹੈ। ਪਰ ਜਿਹੜੇ ਰਾਜ ਦੀ ਦਾਤ ਗੁਰੂ ਨੂੰ ਮਿਲੀ ਹੋਈ ਹੈ, ਉਹ ਅਬਿਨਾਸ਼ੀ ਰਾਜ ਹੈ। ਰਹਿੰਦੀ ਦੁਨੀਆ ਤੱਕ ਗੁਰੂ ਦਾ ਰਾਜ ਜੁਗੋ ਜੁਗ ਅਟਲ ਰਹਿਣ ਵਾਲਾ। ਇਹੋ ਜਿਹਾ ਰਾਜ ਸੀ ਗੁਰੂ ਸਾਹਿਬ ਮਹਾਰਾਜ ਦਾ। ਪਰ ਇਹ ਪਾਪੀ ਬਾਰ-ਬਾਰ ਸਤਿਗੁਰਾਂ ਨੂੰ ਕਹਿੰਦਾ, ਤੁਸੀਂ ਕਿਹੜੇ ਭਰੋਸੇ ਤੇ ਮੈਨੂੰ ਭੁੱਲੀ ਬੈਠੇ ਜੇ? ਮੇਰੀ ਤਾਕਤ ਦਾ ਤੁਹਾਨੂੰ ਕੋਈ ਅਹਿਸਾਸ ਨਹੀਂ। ਮਾਮਸ ਮੰਬਲੀ ਕੇਲ ਪ੍ਰਤਕੂਲਾ, ਮੇਰੇ ਵੱਡੇ ਬਲਵਾਨ ਸ਼ਕਤੀਸ਼ਾਲੀ ਨੂੰ ਵੇਖ ਕੇ ਵੀ ਤੁਸੀਂ ਮੇਰੇ ਅਧੀਨ ਨਹੀਂ ਹੋ ਰਹੇ, ਮੇਰਾ ਕੋਈ ਡਰ ਹੀ ਨਹੀਂ ਮੰਨ ਰਹੇ ਹੋ। ਕਹਬੋ ਅਹਸੋ ਕਹੋ ਅਬ ਸਮੋ, ਕਹਿਣ ਲੱਗੇ ਹੁਣ ਵੀ ਜਿਹੜੀ ਗੱਲਬਾਤ ਹੈ ਮੇਰੀ ਮੰਨ ਲਓ, ਹੁਣ ਤੇ ਤੁਹਾਡੇ ਕੋਲ ਸਮਾਂ ਹੈ। ਜਬ ਲਗ ਮੈਂ ਬੂਝਤ ਕਿਛ ਸ਼ਮੋ, ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਮੇਰੀ ਗੱਲ ਮੰਨ ਲਓਗੇ ਤੇ ਫਿਰ ਤੇ ਭਲਾ ਹੈ ਤੁਹਾਡਾ,
ਪਰ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤੇ ਵੱਡੇ ਕਸ਼ਟ ਹੋਣਗੇ। ਇਦਾਂ ਸਤਿਗੁਰੂ ਪਾਤਸ਼ਾਹ ਨੂੰ ਡਰਾ ਰਿਹਾ ਹੈ ਪਾਪੀ। ਸ੍ਰੀ ਅਰਜਨ ਸੁਨ ਕਰ ਸਭ ਸ੍ਰੋਣ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਇੱਕ ਵਾਰ ਸਾਰੇ ਪਿਆਰ ਨਾਲ ਆਖੀਏ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹੁਣ ਇਹਦੇ ਪਾਪੀ ਦੀ ਮੂਰਖਤਾ ਵਾਲੀਆਂ ਗੱਲਾਂ ਸੁਣ ਸੁਣ ਕੇ ਅੰਦਰੋਂ ਅੰਦਰ ਸਤਿਗੁਰੂ ਮੁਸਕਰਾਉਂਦੇ ਹੈ। ਸਤਿਗੁਰੂ ਪਾਤਸ਼ਾਹ ਨਿਰਵੈਰ ਸਰੂਪ ਨੇ, ਇਹ ਵੈਰ ਕਮਾ ਰਿਹਾ ਹੈ, ਪਰ ਦਾਤੇ ਦੇ ਮਨ ਵਿੱਚ ਅਜੇ ਵੀ ਕੋਈ ਇਹੋ ਜਿਹਾ ਭਾਵ ਨਹੀਂ ਕਿ ਸਤਿਗੁਰੂ ਪਾਤਸ਼ਾਹ ਇਹਦੇ ਪ੍ਰਤੀ ਕੋਈ ਮਾੜਾ ਬੋਲ ਕਹਿ ਦੇਣ। ਇੰਨਾ ਹੀ ਕਹਿ ਦਿੰਦੇ, ਪਾਪੀਆ ਤੇਰਾ ਰਹੇ ਕੱਖ ਨਾ, ਤੇ ਸਾਹਮਣੇ ਹੀ ਸਾਰਾ ਸੜ ਬਲ ਕੇ ਖਤਮ ਹੋ ਜਾਂਦਾ, ਇਹ ਪਾਪੀ ਦਾ ਰਹਿੰਦਾ ਕੱਖ ਨਾ। ਪਰ ਨਾ ਮੇਰੇ ਪਾਤਸ਼ਾਹ ਮਹਾਰਾਜ ਸਰਬੱਤ ਦਾ ਭਲਾ ਜਿਨ੍ਹਾਂ ਨੇ ਸਿੱਖ ਨੂੰ ਸਿਖਾਇਆ ਹੈ, ਉਹ ਉੱਥੇ ਵੀ ਭਲਾ ਭਲਾ ਹੀ ਕਹਿ ਰਹੇ ਨੇ, ਕੋਈ ਇੱਕ ਮਾੜਾ ਬੋਲ ਨਹੀਂ ਸਤਿਗੁਰੂ ਪਾਤਸ਼ਾਹ ਨੇ ਬੋਲਿਆ। ਇਹ ਰੱਬ ਰੂਪ ਪਰਮਾਤਮਾ ਦੀ ਅਵਸਥਾ ਹੈ, ਜੋ ਰੱਬ ਸਾਰਿਆਂ ਦਾ ਹੀ ਭਲਾ ਕਰਦਾ ਹੈ। ਉਹਦੇ ਤੇ ਬੱਚੇ ਨੇ, ਭੁੱਲੇ ਨੇ, ਭਾਵੇਂ ਚੰਗੇ ਨੇ, ਸਿੱਧੇ ਨੇ, ਭਾਵੇਂ ਪੁੱਠੇ ਰਸਤੇ ਤੁਰਨ ਵਾਲੇ ਆ, ਤੇ ਗੁਰੂ ਵੀ ਤੇ ਸਾਰਿਆਂ ਨੂੰ ਜੀਵਨ ਦਾ ਦਾਨ ਬਖਸ਼ਣ ਵਾਲਾ, ਭਲਾ ਕਰਨ ਵਾਲਾ ਹੈ। ਪਰ ਇਹ ਪਾਪੀ ਸਤਿਗੁਰਾਂ ਨਾਲ ਜਿੱਦਾਂ ਵੈਰ ਕਮਾਉਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਦੀ ਗੱਲ ਸੁਣ ਕੇ ਬਚਨ ਬੜੇ ਪਿਆਰ ਦੇ ਨਾਲ ਇਹਦੇ ਬੋਲ ਕੰਨਾਂ ਨਾਲ ਸੁਣਦੇ ਹਨ। ਬੋਲੇ ਬਾਗ ਜਿਨੋਂ ਕਿਤ ਭਉਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਡਰ ਭਉ ਨਹੀਂ ਸੀ। ਹਮ ਅਬ ਹਮ ਰਾਵੇ ਕਰੈ ਇਸ਼ਨਾਨ। ਉਹ ਕਹਿਣ ਲੱਗਾ, ਜੇ ਕੋਈ ਗੱਲ ਕਰਨੀ ਹੈ, ਚੰਦੂ ਪਾਪੀ ਨੇ ਕਿਹਾ ਸੀ ਕਿ ਕਹਿਬੋ ਅਬੈ ਇਹ ਸੋ ਕਹੋ ਅਬ ਸਮੋ। ਜੇ ਕੁਝ ਕਹਿਣਾ ਚਾਹੁੰਦੇ ਹੋ ਤੇ ਮੈਨੂੰ ਕੁਝ ਕਹੋ, ਜੋ ਤੁਹਾਡੇ ਮਨ ਵਿੱਚ ਹੈ ਕੋਈ ਗੱਲ, ਤੇ ਮੈਂ ਉਹ ਪੂਰੀ ਕਰ ਸਕਦਾ ਹੁਣ ਤੇ ਇਸ ਵੇਲੇ, ਨਹੀਂ ਤਾਂ ਮੈਂ ਕਸ਼ਟ ਦੇਵਾਂਗਾ। ਆਖਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੋਲ ਕਿਹਾ। ਮਹਾਂਕਵੀ ਸੰਤੋਖ ਸਿੰਘ ਜੀ ਨੇ ਜਿਹੜੇ ਬਚਨ ਲਿਖੇ ਹੈ ਕਿ ਸਤਿਗੁਰੂ ਕਹਿਣ ਲੱਗੇ, ਸਾਡਾ ਮਨ ਹੈ, ਅਸੀਂ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਦੇ ਆ। ਸੇਵਕ ਪੰਚ ਸੰਗ ਦੇਹੁ ਜਾਨ। ਤੇ 5 ਸਿੱਖ ਨਾਲ ਲੈ ਕੇ ਜਾਣਾ ਚਾਹੁੰਦੇ ਆ। ਅਸੀਂ ਰਾਵੀ ਦੇ ਦਰਿਆ ਤੇ ਇਸ਼ਨਾਨ ਕਰਨ ਦੀ ਭਾਵਨਾ ਹੈ। 5 ਦਿਵਸ ਬੀਤੇ ਇਸ ਭਾਂਤੀ। ਕਿਉਂਕਿ ਇਸ ਤਰ੍ਹਾਂ 5 ਦਿਨ ਸਤਿਗੁਰੂ ਪਾਤਸ਼ਾਹ ਨੂੰ ਕਸ਼ਟ ਝੱਲਦਿਆਂ ਬਤੀਤ ਹੋਏ ਹਨ। ਦਈ ਸਜਾਏ ਅਗਨ ਸਮਤਾਤੀ। ਜਿਸ ਪਾਪੀ ਨੇ ਸਤਿਗੁਰਾਂ ਨੂੰ ਏਡੇ ਭਿਆਨਕ ਵੈਰ ਕਮਾਉਂਦਿਆਂ ਹੋਇਆਂ ਕਸ਼ਟ ਦਿੱਤੇ, ਭੁੱਖਾ ਰੱਖਿਆ, ਪਿਆਸਾ ਰੱਖਿਆ ਹੈ, ਸਤਿਗੁਰੂ ਪਾਤਸ਼ਾਹ ਨੂੰ ਸੌਣ ਵੀ ਨਹੀਂ ਦਿੱਤਾ, ਲੱਕ ਵੀ ਸਿੱਧਾ ਨਹੀਂ ਕਰਨ ਦਿੱਤਾ ਪਾਤਸ਼ਾਹ ਮਹਾਰਾਜ ਜੀ ਨੂੰ। ਅਸੀਂ ਤੇ ਇੱਥੇ ਕਈ ਵਾਰ ਗੁਰੂ ਘਰਾਂ 'ਚ ਵੀ ਬਹਿੰਦੇ ਆ ਨਾ, ਤੇ ਘੰਟੇ 2 ਘੰਟੇ ਬਹਿਣਾ ਹੋਵੇ, ਅਸੀਂ ਵੇਹਨੇ ਢੋ ਕਿੱਥੇ ਲਾ ਕੇ ਬਹਿਣੀ। ਕਈਆਂ ਦਾ ਧਿਆਨ ਹੁੰਦਾ ਲੱਕ ਲਾ ਕੇ ਬਈਏ, ਇੱਥੇ ਘੰਟੇ 2 ਘੰਟੇ ਕਈਆਂ ਦਾ ਲੱਕ ਨਹੀਂ ਸਿੱਧਾ ਹੋ ਪਾਉਂਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। 5 ਦਿਨ ਸਤਿਗੁਰੂ ਪਾਤਸ਼ਾਹ ਨੂੰ ਲੱਕ ਵੀ ਸਿੱਧਾ ਨਹੀਂ ਕਰਨ ਦਿੱਤਾ। ਇਦਾਂ ਕਸ਼ਟ ਦਿੱਤਾ ਇਸ ਪਾਪੀ ਨੇ। ਫਿਰ ਦੇਗ ਵਿੱਚ ਉਬਾਲੇ ਦੇਣੇ, ਸਤਿਗੁਰੂ ਪਾਤਸ਼ਾਹ ਨੂੰ ਤੱਤੀ ਲੋਹ ਤੇ ਬਿਠਾਉਣਾ, ਗਰਮ ਰੇਤਾ ਸੀਸ ਤੇ ਪਵਾਉਣਾ। ਇਹ ਕਿੱਡੇ ਭਿਆਨਕ ਕਸ਼ਟ 5 ਦਿਨ ਦਿੱਤੇ ਨੇ, ਨਾ ਖਾਣ ਨੂੰ ਕੁਝ ਨਾ ਪੀਣ ਵਾਸਤੇ। ਇਸ ਤਰ੍ਹਾਂ ਸਤਿਗੁਰਾਂ ਦੇ ਨਾਲ ਵੈਰ ਕਮਾਇਆ ਸੀ ਪਾਪੀ ਨੇ। ਪਾਵਨ ਤਨੇ ਪੁਨੋ ਜਿਮ ਕਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਸੀਂ ਸਾਡੇ ਜਿਹੜੇ 5 ਸਿੱਖ ਨੇ, ਅਸੀਂ ਉਹਨਾਂ ਦੇ ਨਾਲ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਦੇ ਹਾਂ। ਇਹ ਮਨ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਗੱਲ ਸੀ ਇਹਨੂੰ ਦੱਸਣੀ ਕੀਤੀ ਹੈ। ਨਿਸ਼ਚਲ ਮਤ ਕਰ ਨਿਸ਼ਚੇ ਧਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਗੱਲ ਕਹਿੰਦੇ ਨੇ ਇਸ ਨੂੰ ਭਾਈ, ਕਿ ਅਸੀਂ ਇਹ ਜਿਹੜਾ ਕਾਰਜ ਹੈ ਉਹ ਕਰਨਾ ਚਾਹੁੰਦੇ ਹਾਂ। ਸੁਣ ਕਾ ਦੁਸ਼ਟ ਹਿਰਦੇ ਹਰਖਾਇਓ। ਇਹ ਪਾਪੀ ਮਾਨੀ ਮਨ ਵਿੱਚ ਇਹ ਗੱਲ ਸੁਣ ਕੇ ਕਿ ਸਤਿਗੁਰੂ ਪਾਤਸ਼ਾਹ ਇਸ਼ਨਾਨ ਕਰਨਾ ਚਾਹੁੰਦੇ ਰਾਵੀ ਤੇ ਜਾ ਕਰਕੇ, ਇਹਨੇ ਮਨ ਵਿੱਚ ਕੁਝ ਹੋਰ ਹੀ ਫੁਰਨਾ ਚੱਲਦਾ ਤੇ ਬੜਾ ਖੁਸ਼ ਜਿਹਾ ਹੁੰਦਾ ਹੈ। ਧਰਮ ਵਿਨਾਸ਼ਨ ਤੇ ਡਰ ਪਾਇਓ। ਸੋਚਦਾ ਹੈ ਲੱਗਦਾ ਗੁਰੂ ਜੀ ਡਰ ਗਏ ਨੇ ਕਿ ਧਰਮ ਦਾ ਨਾਸ਼ ਹੋਣ ਤੋਂ, ਕਿ ਆਪਣਾ ਧਰਮ ਬਚਾਉਣ ਵਾਸਤੇ ਮੇਰੇ ਤੋਂ ਡਰਦੇ ਹੋਏ ਗੱਲ ਕਹਿ ਰਹੇ ਨੇ। ਅਬਹਿ ਮੰਨ ਲੈ ਹੈ ਨਾਤਾ। ਹੁਣ ਮੇਰੀਆਂ ਗੱਲਾਂ ਤੇ ਸ਼ਰਤਾਂ ਜ਼ਰੂਰ ਇਹ ਮੰਨ ਲੈਣਗੇ। ਸ਼ੀਤਲ ਗਾਤ ਹੋਏ ਜਲ ਨਾਤਾ। ਕਿ ਜਲ ਦੇ ਨਾਲ ਜਦੋਂ ਇਹ ਇਸ਼ਨਾਨ ਕਰਨਗੇ, ਸ਼ੀਤਲ ਦੇ ਨਾਲ। ਵੈਸੇ ਤੇ ਇਹਨੂੰ ਪਤਾ ਹੈ ਕਿ ਜਦੋਂ ਸਰੀਰ ਸੜਿਆ ਹੋਵੇ ਨਾ, ਤੇ ਉਹ ਸੜੇ ਹੋਏ ਸਰੀਰ ਤੇ ਜਦੋਂ ਪਾਣੀ ਪੈਂਦਾ ਉਹ ਤਕਲੀਫ ਹੋਰ ਜ਼ਿਆਦਾ ਹੁੰਦੀ ਹੈ। ਇਸ ਪਾਪੀ ਨੂੰ ਪਤਾ ਹੈ ਵੀ ਵੈਸੇ ਮਨ 'ਚ ਸੋਚਦਾ ਹੈ ਕਿ ਇਹ ਇਸ਼ਨਾਨ ਕਰਨਗੇ, ਸਰੀਰ ਤੇ ਪਾਣੀ ਪਏਗਾ ਠੰਡਾ, ਹੋਰ ਕਸ਼ਟ ਹੋਣਗੇ। ਇਮ ਵਿਚਾਰ ਕਹਿ ਜਾਏ ਇਸ਼ਨਾਨੋ। ਇਸ ਤਰ੍ਹਾਂ ਵਿਚਾਰ ਕਰਕੇ ਮਾਨੀ ਮਨ ਵਿੱਚ ਕਿ ਇਹ ਵੀ ਕਸ਼ਟ ਇਹਨਾਂ ਨੂੰ ਮਿਲੇਗਾ, ਹੋਰ ਤਕਲੀਫ ਚ ਆਉਣਗੇ, ਮੇਰੀ ਗੱਲ ਮੰਨਣਗੇ। ਤੇ ਇਦਾਂ ਵਿਚਾਰ ਕੇ ਕਹਿੰਦਾ, ਜਾਓ ਫਿਰ ਤੁਸੀਂ ਇਸ਼ਨਾਨ ਕਰਨਾ ਕਰੋ। ਬਚੇ ਪ੍ਰਾਣ ਕਹਿਬੋ ਮਨ ਮਾਨੋ। ਤੇ ਜੇ ਤੁਹਾਡੇ ਪ੍ਰਾਣ ਬਚ ਗਏ ਤੇ
ਤੇ ਫਿਰ ਤੁਸੀਂ ਮੇਰੀ ਗੱਲ ਆ ਕੇ ਜ਼ਰੂਰ ਮੰਨ ਲੈਣਾ। ਦਸਕ ਸਿਪਾਹੀ ਕਰ ਸਵਧਾਨੋ 10 ਕ ਸਿਪਾਹੀ ਇਹਨੇ ਬੜੇ ਤਿਆਰ ਕਰਕੇ ਸੁਚੇਤ ਕੀਤੇ। ਖੜਗ ਸਿਪਰ ਗਹਿ ਸੰਗ ਪਿਆਨੋ ਤੇ ਜਿਹੜੇ ਸਿਪਾਹੀ ਉਹਨਾਂ ਨੇ ਤਲਵਾਰਾਂ ਫੜੀਆਂ ਨੇ, ਢਾਲਾਂ ਫੜੀਆਂ ਨੇ ਨਾਲ, ਆਪਣੇ ਦ੍ਰਿਸ਼ਟ ਤਰੇ ਇਹ ਸਰਾਖੋ। ਕਹਿਣ ਲੱਗਾ ਇਹਨਾਂ ਨੂੰ ਆਪਣੀ ਦ੍ਰਿਸ਼ਟੀ ਵਿੱਚ ਰੱਖਿਓ। 5 ਸਿੱਖ ਵੀ ਜਾਣੇ ਆ ਨਾਲ, ਸਤਿਗੁਰੂ ਜੀ ਨੇ ਰਾਵੀ ਦੇ ਇਸ਼ਨਾਨ ਤੇ ਜਾਣਾ ਹੈ, ਇਹ ਆਪਣੇ ਧਿਆਨ ਦੇ ਵਿੱਚ ਸਤਿਗੁਰਾਂ ਨੂੰ ਰੱਖਣਾ ਜੇ। ਜ਼ਹਿਰ ਕਿਸੂ ਟਿਗ ਕਛੂ ਨਾ ਭਾਖੂ ਪਰ ਕਿਸੇ ਨੂੰ ਕੋਈ ਗੱਲਬਾਤ ਪਤਾ ਨਾ ਲੱਗੇ, ਖਬਰ ਨਾ ਮਿਲੇ। ਸਿਪਾਹੀਆਂ ਨੂੰ ਸੁਚੇਤ ਕਰਦਾ ਕਿ ਕਿਸੇ ਤੱਕ ਵੀ ਇਹ ਖਬਰ ਪਹੁੰਚਣੀ ਨਹੀਂ ਚਾਹੀਦੀ ਕਿ ਕਿਤੇ ਲਾਹੌਰ ਦੀ ਸੰਗਤ ਨੂੰ ਪਤਾ ਲੱਗ ਜੇ, ਕਿਤੇ ਹੋਰ ਸਿੱਖਾਂ ਨੂੰ ਨਾ ਪਤਾ ਲੱਗ ਜਾਵੇ। ਇਤ ਉਤ ਦੂਰ ਨ ਜਾਣੇ ਦੇਹੋ। ਚੇਤੇ ਰੱਖਿਓ ਰਾਵੀ ਤੇ ਇੱਧਰ ਉੱਧਰ ਕਿਤੇ ਦੂਰ ਨਾ ਜਾਣ ਦਿਓ ਗੁਰੂ ਜੀ ਨੂੰ। ਰਾਵੀ ਤੀਰ ਸਥਿਰਤਾ ਲੇਹੋ। ਰਾਵੀ ਦੇ ਕਿਨਾਰੇ ਹੀ ਪੂਰਾ ਧਿਆਨ ਰੱਖਣਾ ਹੈ ਤੁਸਾਂ ਨੇ। ਅਪਰ ਗਰੀ ਤੇ ਕਹਿ ਹਟ ਵਕਾਵੋ। ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਕਹਿੰਦੇ ਇਹ ਕਹਿੰਦਾ ਹੈ ਕਿ ਕਿਸੇ ਗਲੀ ਵਗੈਰਾ ਕਿਤੇ ਨਾ ਹੋਵੇ, ਲਾਹੌਰ ਦੇ ਕਿਸੇ ਰਾਹ ਤੇ ਕਿਸੇ ਗਲੀ 'ਚ ਹੋਰ ਪਾਸੇ ਚਲੇ ਜਾਣ। ਜੇ ਜਾਣਾ ਹੈ ਤੇ ਉਹਦਾ ਵੀ ਇਹ ਧਿਆਨ ਰੱਖ ਕੇ ਕਿਹੜੇ ਪਾਸਿਓਂ ਜਾਣਾ, ਇਹ ਵੀ ਬੜੇ ਧਿਆਨ ਨਾਲ ਦੱਸਦਾ ਹੈ। ਮਸਜਿਦ ਬੈਠਤ ਕੁਛ ਨਾ ਅਲਾਵੋ। ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਇਹ ਇਸ਼ਨਾਨ ਆਦਿਕ ਕਰਨ, ਕੋਈ ਕਿਸੇ ਨਾਲ ਗੱਲਬਾਤ ਨਾ ਕਰਨ, ਇਤ ਦਿਸ਼ ਲਿਆਵੋ ਰਹੋ ਪਿਛਾਰੇ। ਫਿਰ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਵਾਪਸ ਇਸ਼ਨਾਨ ਕਰਾ ਕੇ ਹਵੇਲੀ ਵਿੱਚ ਲੈ ਆਉਣਾ। ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਸਿੱਖਣ ਜੁਤ ਇਸ ਰਖੋ ਅਗਾਰੇ। ਸਿੱਖਾਂ ਦੇ ਨਾਲ ਇਹਨਾਂ ਨੂੰ ਅੱਗੇ ਅੱਗੇ ਰੱਖਣਾ ਹੈ, ਕਿਤੇ ਚਲੇ ਨਾ ਜਾਣ, ਕਿਤੇ ਇਹ ਪਾਸੇ ਨਾ ਹੋ ਜਾਣ। ਇਮ ਕਹਿ ਕੀਨ ਘਣੀ ਤਕਰਾਈ। ਇਸ ਤਰ੍ਹਾਂ ਸਿਪਾਹੀਆਂ ਨੂੰ ਸੁਚੇਤ ਕਰਕੇ ਇਹਨੇ ਉਹਨਾਂ ਨੂੰ ਸਾਵਧਾਨ ਕੀਤਾ ਹੈ ਕਿ ਤੁਸੀਂ ਤਕੜੇ ਹੋ ਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਸੁਣ ਖਲ ਤੇ ਜਲ ਪਰੇ ਗੁਸਾਈ। ਇਸ ਮੂਰਖ ਦੀਆਂ ਇਹੋ ਜੀਆਂ ਗੱਲਾਂ ਸੁਣ ਕੇ ਜਗਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੋਂ ਮਹਾਂਕਵੀ ਜੀ ਕਹਿੰਦੇ ਫਿਰ ਰਾਵੀ ਵਾਲੇ ਪਾਸੇ ਨੂੰ ਚੱਲੇ ਹਨ। ਪਰੇ ਫਲੂਹੇ ਸਰਬ ਸਰੀਰ। ਆਖੋ ਸਾਰੇ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਸਰੀਰ ਫਲੂਏ ਫਲੂਏ ਹੋਇਆ ਪਿਆ ਹੈ ਉਹਨਾਂ ਦੇ ਸਰੀਰ ਤੇ, ਸਾਰੇ ਪਾਸੇ ਇਹ ਫਲੂਹੇ। ਇਹ ਇਸ ਢੰਗ ਨਾਲ ਜਦੋਂ ਗਰਮ ਗਰਮ ਰੇਤਾ ਪਾਈ ਹੈ, ਦੇਗ 'ਚ ਉਬਾਲੇ ਦਿੱਤੇ, ਤੱਤੀ ਲੋਹ ਤੇ ਬਿਠਾਇਆ, ਸਰੀਰ ਨੇ ਆਪਣਾ ਉਹਦੇ ਤੇ ਅੱਗ ਨੇ ਅਸਰ ਕਰਨਾ। ਗੁਰੂ ਸਾਹਿਬ ਨੇ ਤੱਤਾਂ ਦਾ ਸੁਭਾਅ ਨਹੀਂ ਸੀ ਬਦਲਿਆ। ਚਾਹੁੰਦੇ ਤੇ ਚਾਹੁੰਦੇ ਅੱਗ ਨੂੰ ਠੰਡਾ ਕਰ ਸਕਦੇ ਸੀ, ਪਰ ਸਾਹਿਬ ਦੁਨੀਆ ਦੇ ਅੰਦਰ ਮਿਸਾਲ ਪੈਦਾ ਕਰਨੇ ਚਾਹੁੰਦੇ ਸੀ, ਨਹੀਂ ਬਦਲਿਆ ਤੱਤਾਂ ਦਾ ਸੁਭਾਅ। ਤੇ ਆਹ ਸਾਰਾ ਸਰੀਰ ਫੁੱਲੇ ਫੁੱਲੇ ਹੋਇਆ ਸੀ। ਸ਼ਾਦ ਚਾਦਰੇ ਦੀਰਘ ਚੀਰ। ਇੱਕ ਚਾਦਰ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਜਿਹੜੀ ਸੀ ਇਹ ਵਲੇਟੀ ਗਈ, ਤੇ ਪਤਲੀ ਜੀ ਚਾਦਰ ਅੰਦਰ ਸਰੀਰ ਦੇ ਉੱਪਰ ਜ਼ਖਮ ਹੋਏ ਪਏ ਸੀ। ਇੰਨੇ ਦਿਨ ਜਿਹੜਾ ਕਸ਼ਟ ਦਿੱਤਾ ਇਹ ਦਾਤਾ ਜੀ ਨੂੰ। ਤਰਵਾ ਚਰਨ ਜਰੇ ਬ੍ਰਿਣ ਹੋਏ। ਤੇ ਜਿਹੜੇ ਚਰਨਾਂ ਦੀਆਂ ਤਲੀਆਂ ਸੀ ਨਾ ਦਾਤਾ ਜੀ ਦੀਆਂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ, ਰੱਬ ਰੂਪ ਪਾਤਸ਼ਾਹ ਜਿਨ੍ਹਾਂ ਨੇ ਤੱਤਾਂ ਦਾ ਸੁਭਾਅ ਨਾ ਬਦਲ ਕੇ ਦੁਨੀਆ ਨੂੰ ਦੱਸ ਦਿੱਤਾ, ਸੱਚ ਦੇ ਰਾਹ ਤੇ ਤੁਰਨ ਵਾਲਿਆ ਤੇਰੇ ਵਾਸਤੇ ਮਿਸਾਲ ਪੈਦਾ ਕਰਕੇ ਚੱਲਿਆ ਕਿ ਚੇਤੇ ਰੱਖੀ, ਜੇ ਸੱਚ ਨਾਲ ਪਿਆਰ ਹੋਵੇ ਤੇ ਵੱਡੇ ਤੋਂ ਵੱਡੇ ਕਸ਼ਟ ਨੂੰ ਵੀ ਇਦਾਂ ਹੱਸ ਕੇ ਸਹਾਰਨਾ ਹੈ, ਪਰ ਸੱਚ ਦੇ ਰਾਹ ਤੋਂ ਕਦਮ ਨਾ ਕਿਤੇ ਪਾਸੇ ਕਰ ਲੈ। ਤੱਤੀ ਤਵੀ ਤੇ ਜਦੋਂ ਬਿਠਾਇਆ ਸੀ ਨਾ, ਉਦੋਂ ਗਰਮ ਤੱਤੀ ਲੋਹ ਕਰਕੇ ਜਿਹੜੇ ਤਲੀਆਂ ਸੀ ਸਤਿਗੁਰੂ ਪਾਤਸ਼ਾਹ ਦੀਆਂ, ਉਹਨਾਂ ਤੇ ਸੇਕਾ ਵੱਜਿਆ ਸੀ, ਤੇ ਉਹ ਤਲੀਆਂ ਜਿਹੜੀਆਂ ਥੱਲਿਓਂ ਸੜੀਆਂ ਹੋਈਆਂ ਸਨ, ਜਲੀਆਂ ਹੋਈਆਂ ਸਨ। ਸਨੈ ਸਨੈ ਤਰ ਭਰ ਤਰ ਜੋਏ। ਸਤਿਗੁਰੂ ਪਾਤਸ਼ਾਹ ਇਹ ਤੇ ਕੇਵਲ ਗੁਰੂ ਮਹਾਰਾਜ ਹੀ ਸੀ ਐਡਾ ਵੱਡਾ ਕਸ਼ਟ ਝੱਲ ਕੇ ਵੀ ਅਜੇ ਸਰੀਰਕ ਤੌਰ ਤੇ ਵਿਚਰ ਰਹੇ ਨੇ, ਨਹੀਂ ਤੇ ਇੰਨਾ ਕਸ਼ਟ ਦੁਨੀਆ 'ਚ ਨਹੀਂ ਸੀ ਕੋਈ ਝੱਲ ਸਕਦਾ। ਇਹ ਤਾਂ ਹੀ ਤੇ ਸ਼ਹੀਦਾਂ ਦਾ ਸਰਤਾਜ ਕਿਹਾ ਨਾ। ਵਿਦਵਾਨਾਂ ਨੇ ਗੱਲ ਕਹੀ, ਕਿਉਂ? ਕਹਿੰਦੇ ਗੁਰੂ ਸਾਹਿਬ ਤੋਂ ਪਹਿਲਾਂ ਅੱਗ ਨਾਲ ਕਈਆਂ ਦਾ ਸਾਹਮਣਾ ਹੋਇਆ, ਉਹਨਾਂ ਦੇ ਵਿੱਚੋਂ ਜ਼ਿਕਰ ਮਿਲਦਾ ਹੈ, ਕਹਿੰਦੇ ਇੱਕ ਭਗਤ ਪ੍ਰਹਿਲਾਦ ਬਾਰੇ ਜ਼ਿਕਰ ਮਿਲਦਾ ਹੈ ਕਿ ਅੱਗ ਨਾਲ ਉਹਨੂੰ ਵੀ ਸਾਹਮਣਾ ਕਰਨਾ ਪਿਆ। ਪਰ ਕਹਿੰਦੇ ਜਦੋਂ ਅੱਗ ਨਾਲ ਸਾਹਮਣਾ ਕਰਨਾ ਪਿਆ, ਹਰਨਾਕਸ਼ ਨੇ ਆਖਿਆ ਸਾਹਮਣੇ ਤਪਦਾ ਥੰਮਾ ਹੈ, ਇਹਨੂੰ ਜੱਫੀ ਪਾ। ਤੇ ਜਦੋਂ ਜੱਫੀ ਪਾਉਣ ਲੱਗਾ ਤੇ ਆਮ ਨਾ ਲੋਕਾਂ ਨੇ ਇੱਕ ਧਾਰਨਾ ਬਣਾਈ ਹੈ ਕਿ ਉੱਥੇ ਕੀੜੀ ਜੀ ਚੱਲਦੀ ਵੇਖੀ ਪ੍ਰਹਿਲਾਦ ਬਾਰੇ। ਹਾਲਾਂਕਿ ਭਾਵੇਂ ਪ੍ਰਹਿਲਾਦ ਨਾ ਡੋਲਦਾ, ਪਰ ਚੱਲਦੀ ਹੋਈ ਕੀੜੀ ਦੇ ਬਾਰੇ 'ਚ ਲੋਕਾਂ ਦੇ ਮਨ ਵਿੱਚ ਇਹ ਵਿਚਾਰ ਸੀ, ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ, ਕਿ ਜੇ ਤੂੰ ਕੀੜੀ ਬਣ ਕੇ ਨਾ ਆਉਂਦਾ ਸ਼ਾਇਦ ਡੋਲ ਜਾਂਦਾ। ਭਾਵੇਂ ਨਾ ਡੋਲਦਾ, ਪਰ ਲੋਕਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਜੇ ਨਾ ਰੱਬ ਕੀੜੀ ਬਣ ਕੇ ਆਉਂਦਾ ਸ਼ਾਇਦ ਡੋਲ ਜਾਂਦਾ। ਮਨ ਲੋਕਾਂ ਦੇ ਵਿੱਚ ਸ਼ੰਕਾ ਰਹਿ ਗਿਆ ਕਿ ਰੱਬ ਨੇ ਕਰਾਮਾਤ ਨਾ ਵਰਤਾਈ ਹੁੰਦੀ, ਜੇ ਉਹ ਕੀੜੀ ਬਣ ਕੇ ਨਾ ਆਉਂਦਾ, ਜੇ ਥੰਮ ਪਾੜ ਕੇ ਨਰਸਿੰਘ ਰੂਪ ਹੋ ਕੇ ਭਗਤ ਦੀ ਮਦਦ ਨਾ ਕਰਦਾ,
ਸ਼ਾਇਦ ਉਹ ਡੋਲ ਜਾਂਦਾ। ਇਹਦਾ ਮਤਲਬ ਰੱਬ ਦੇ ਭਗਤ ਨੂੰ ਜੇ ਕਿਤੇ ਕਰਾਮਾਤ ਨਾ ਵਰਤਦੀ ਉਹ ਉਸ ਵਕਤ ਉਹ ਠਿੜਕ ਸਕਦਾ ਸੀ, ਮਨ 'ਚ ਸ਼ੰਕੇ ਸੀ। ਇੱਕ ਹਜ਼ਰਤ ਇਬਰਾਹੀਮ ਦਾ ਜ਼ਿਕਰ ਮਿਲਦਾ, ਜਦੋਂ ਉਹਨੂੰ ਭੱਖ ਦੇ ਅੰਗਾਰਿਆਂ ਤੇ ਚੱਲਣ ਵਾਸਤੇ ਕਿਹਾ ਗਿਆ ਤੇ ਸੱਚ ਦੇ ਰਾਹ ਤੋਂ ਥੜਕਾਉਣ ਵਾਸਤੇ ਸ਼ਰਤ ਰੱਖੀ, ਜੇ ਆਪਣੀ ਗੱਲ ਨਹੀਂ ਛੱਡਦਾ ਅੰਗਾਰਿਆਂ ਤੇ ਚੱਲ। ਤੇ ਜਦੋਂ ਚੱਲਣ ਲੱਗਾ ਰੱਬ ਅੱਗੇ ਉਹਨੇ ਅਰਦਾਸ ਕੀਤੀ ਤੇ ਕਹਿੰਦੇ ਭੱਖਦੇ ਹੋਏ ਅੰਗਾਰੇ ਨਮਰੂਦ ਦੀ ਕਚਹਿਰੀ ਵਿੱਚ ਹਜ਼ਰਤ ਇਬਰਾਹੀਮ ਦੇ ਅੱਗੇ ਫੁੱਲ ਬਣ ਗਏ। ਲੋਕਾਂ ਦੇ ਮਨ 'ਚ ਫੇਰ ਸ਼ੰਕਾ ਕਿ ਸੱਚ ਦੇ ਰਾਹ ਤੇ ਤੁਰਨ ਵਾਲੇ ਦੇ ਜੇ ਅੰਗਾੜੇ ਫੁੱਲ ਨਾ ਬਣਦੇ ਸ਼ਾਇਦ ਡੋਲ ਜਾਂਦਾ। ਪਰ ਸਾਧ ਸੰਗਤ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ। ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਜਦੋਂ ਤੱਤੀ ਤਵੀ ਤੇ ਬੈਠੇ, ਗਰਮ ਰੇਤਾ ਸੀਸ ਤੇ ਪਵਾਈ, ਦੇਗ ਵਿੱਚ ਉਬਾਲੇ ਖਾਦੇ, ਸਤਿਗੁਰ ਪਾਤਸ਼ਾਹ ਕਿਸੇ ਤੱਤ ਦਾ ਸੁਭਾਅ ਨਹੀਂ ਸੀ ਤੁਸੀਂ ਬਦਲਿਆ। ਲੋਕਾਂ ਦੇ ਮਨ ਦਾ ਸ਼ੰਕਾ ਕੱਢਣ ਵਾਸਤੇ ਕਿ ਜੋ ਆਸ਼ਿਕ ਹੈ ਸ਼ਹਾਦਤ ਕੇ वो जीना छोड़ देते हैं, खिलौना समझ कर जिस्म को खुशी से फोड़ देते हैं, ना तख्तो ताज ना हूरों की हसरत, खुदा भी खुदाई दे तो वापस मोड़ देते हैं। सच दे राह ते तुरन वालियां नू थड़काया ते डुलाया नहीं जा सकता है। इस तरह हुण सतगुरु जी सहजे सहजे धरती ते कदम रख के ਰਾਵੀ ਵਾਲੇ ਪਾਸੇ ਨੂੰ ਅੱਗੇ ਵੱਧਦੇ ਹਨ। ਨਿਕਟ ਪਿਰਾਣਾ ਸੇਵਕ ਹੀਰਾ, ਪੰਜਾਂ ਸਿੱਖਾਂ ਵਿੱਚੋਂ ਭਾਈ ਪਿਰਾਣਾ ਜੀ ਜਦੋਂ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਦੇ ਸਰੂਪ ਨੂੰ ਵੇਖਿਆ, ਗਹਿਓ ਸਿਕੰਦ ਚਲੇ ਤਸਬੀਰਾ, ਇੱਕੋ ਦਮ ਸਤਿਗੁਰਾਂ ਦੇ ਕੋਲ ਦੌੜ ਕੇ ਆਏ। ਹੁਣ ਤੁਰਨਾ ਹੈ, ਪੈਰਾਂ ਦੇ ਥੱਲੇ ਛਾਲੇ ਹੋਣ ਤੇ ਕਿਵੇਂ ਤੁਰਿਆ ਜਾਵੇ। ਸਤਿਗੁਰੂ ਪਾਤਸ਼ਾਹ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਹੈ। ਭਾਈ ਪਿਰਾਣਾ ਜੀ ਦੇ ਮੋਢੇ ਤੇ ਹੱਥ ਰੱਖ ਕੇ ਸਤਿਗੁਰੂ ਪਾਤਸ਼ਾਹ, ਕਿੱਡੇ ਵੱਡੇ ਭਾਗ ਭਾਈ ਪਿਰਾਣੇ ਦੇ, ਉਹਦੇ ਮੋਢੇ ਤੇ ਸਤਿਗੁਰੂ ਪਾਤਸ਼ਾਹ ਹੱਥ ਰੱਖ ਕਰਕੇ ਬੜੇ ਪਿਆਰ ਨਾਲ ਹੌਲੀ ਹੌਲੀ ਚੱਲਦੇ ਹਨ। ਚਲਦਾ ਦੀ ਛੋਟੀ ਇੱਕ ਮੋਰੀ, ਜਿਹੜੀ ਇਹਦੀ ਹਵੇਲੀ ਸੀ ਨਾ ਚੰਦੂ ਪਾਪੀ ਦੀ ਸੰਗਤ ਜੀ, ਇਹਦੀ ਹਵੇਲੀ 'ਚ ਇੱਕ ਤੇ ਮੁੱਖ ਗੇਟ ਜਿੱਧਰ ਸੰਗਤਾਂ ਬਾਰ-ਬਾਰ ਆਉਂਦੀਆਂ ਸੀ, ਲਾਹੌਰ ਦੀਆਂ ਵੇਖਦੀਆਂ ਸੀ, ਉਹਦੀ ਥਾਂ ਤੇ ਇੱਕ ਪਿਛਲੇ ਪਾਸੇ ਇੱਕ ਛੋਟੀ ਜੀ ਇੱਕ ਛੋਟਾ ਜਿਹਾ ਰਾਹ ਸੀ, ਜਿਹਨੂੰ ਛੋਟੀ ਮੋਰੀ ਕਹਿ ਲਈਏ, ਚੋਰ ਦਰਵਾਜ਼ਾ ਜਿਹਾ ਸੀ। ਉਹ ਪਿਛਲੇ ਪਾਸੇ ਰਾਵੀ ਵਾਲੇ ਪਾਸੇ ਨੂੰ ਖੁੱਲਦਾ ਸੀ, ਉਹ ਇੱਕ ਛੋਟਾ ਜਿਹਾ ਰਸਤਾ। ਗਮਨਤ ਨਿਕਸੇ ਗੁਰ ਤਿਸਿਓਰੀ, ਸਤਿਗੁਰੂ ਪਾਤਸ਼ਾਹ ਮਹਾਂਕਵੀ ਜੀ ਕਹਿੰਦੇ ਫਿਰ ਪੰਜਾਂ ਸਿੱਖਾਂ ਨਾਲ ਉਸ ਪਾਸੇ ਨੂੰ ਚੱਲੇ ਹਨ। ਕੋ ਕੋਰ ਨਰ ਪਿਖ ਠਾਣਤ ਨਮੋ, ਹੁਣ ਇਹੋ ਜਿਹਾ ਸਰੀਰ ਦਾ ਰੂਪ ਬਣ ਗਿਆ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਉਹ ਸਾਰਾ ਸਰੀਰ ਛਾਲੇ ਛਾਲੇ ਸੀ ਤੇ ਕੋਈ ਵੇਖਦਾ ਹੈ ਜਿਹੜਾ ਤੇ ਭਾਵਨਾ ਵਾਲਾ ਹੈ, ਵੇਖ ਕੇ ਨਮਸਕਾਰ ਕਰਦਾ ਹੈ, ਜਾਣਦਾ ਹੈ। ਪਰ ਹਰ ਕੋਈ ਤੇ ਸਤਿਗੁਰੂ ਪਾਤਸ਼ਾਹ ਨੂੰ ਹੁਣ ਇਸ ਤਰ੍ਹਾਂ ਸਰੀਰ ਜਿਹੜਾ ਹੈ ਇਸ ਅਵਸਥਾ ਵਿੱਚ ਹੈ, ਉਹ ਹਰ ਕੋਈ ਪਛਾਣ ਵੀ ਨਹੀਂ ਸੀ ਪਾ ਰਿਹਾ। ਤੇ ਜੇ ਕੋਈ ਜਾਣਨ ਵਾਲਾ ਕੋਈ ਵਿਰਲਾ ਵਿਰਲਾ ਹੀ ਨਮਸਕਾਰ ਕਰਕੇ ਵੇਖਦਾ ਹੈ। ਲਾਲ ਬਰਨ ਮੁਖ ਕੋ ਤੇ ਸਮੋ, ਸਾਰਾ ਚਿਹਰਾ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦਾ ਲਾਲ ਚਿਹਰਾ ਸੁਰਖ ਹੋਇਆ ਪਿਆ ਹੈ। ਭੋਜਨ ਕੀਓ ਨਾ ਪੀਓ ਪਾਣੀ, ਸਾਰੇ ਪਾਸੇ ਛਾਲੇ ਛਾਲੇ ਹੋਏ ਨੇ, ਅੱਗ ਨੇ ਆਪਣਾ ਅਸਰ ਪਾਇਆ। ਕਈ ਦਿਨ ਹੋ ਗਏ ਨੇ, 5 ਦਿਨ ਦੇ ਕਰੀਬ। ਅਸੀਂ ਤੇ ਇੱਥੇ ਸਵੇਰੇ ਪ੍ਰਸ਼ਾਦਾ ਛਕੀਏ, ਦੁਪਹਿਰੇ ਫੇਰ ਛਕਦੇ ਹਾਂ, ਦੁਪਹਿਰੇ ਛਕਿਆ ਸ਼ਾਮੀ ਫੇਰ ਛਕਦੇ ਹਾਂ। 4-4 5-5 ਵਾਰੀ ਲੋਕਾਂ ਦਾ ਧਿਆਨ ਹੀ ਖਾਣ ਪੀਣ ਵਾਲੇ ਪਾਸੇ ਰਹਿੰਦਾ ਹੈ। ਹੁਣ ਕਈ ਵਾਰ ਇੱਕ ਦਿਹਾੜੀ ਵੀ ਥੋੜਾ ਟਾਈਮ ਦਾ ਗੈਪ ਪੈ ਜੇ, ਅਸੀਂ ਤਰਥੱਲੀ ਮਚਾ ਦਿੰਦੇ ਹਾਂ ਕਿ ਥੋੜਾ ਜਿਹਾ ਪ੍ਰਸ਼ਾਦਾ ਪਾਣੀ ਲੇਟ ਹੋ ਗਿਆ। ਪਰ ਚੇਤੇ ਰੱਖਿਓ 5 ਦਿਨ ਨਾ ਕੁਝ ਪੀਤਾ ਤੇ ਨਾ ਕੁਝ ਖਾਦਾ ਹੈ। ਦੁਰਬਲ ਤਨ ਸਜਾਏ ਖਲ ਠਾਨੀ, ਦੇਖੋ ਗੁਰੂ ਨੂੰ ਤੇ ਚੀਜ਼ਾਂ ਦੀ ਲੋੜ ਨਹੀਂ, ਪਰ ਆ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਦਾ, ਇਹਦੇ ਬਾਰੇ ਤੇ ਬਾਣੀ ਕਹਿੰਦੀ ਹੈ ਨਾ, 3.5 ਮਣ ਦੇਹੁਰੀ ਚੱਲੇ ਪਾਣੀ ਅੰਨ। ਇਹਨੂੰ ਅੰਨ ਵੀ ਚਾਹੀਦਾ ਤੇ ਪਾਣੀ ਵੀ ਚਾਹੀਦਾ, ਸਰੀਰ ਦੀਆਂ ਲੋੜਾਂ ਨੇ। ਤੇ ਸਰੀਰ ਜਦੋਂ ਹੁਣ ਸਰੀਰ ਦੀ ਲੋੜ ਹੀ ਨਹੀਂ ਪੂਰੀ ਹੋਣੀ ਤੇ ਸਰੀਰ ਨੇ ਤੇ ਕਮਜ਼ੋਰ ਹੋਣਾ ਹੈ। ਇਹ ਸਰੀਰ ਬੜਾ ਕਮਜ਼ੋਰ ਹੋ ਗਿਆ ਸੀ। ਹੀਰ ਹੀਰ ਨਰ ਉਰ ਬਿਸਮਾਵੈ, ਵੇਖਣ ਵਾਲੇ ਬੜੇ ਹੈਰਾਨ ਹੋ ਰਹੇ ਨੇ ਸਤਿਗੁਰਾਂ ਨੂੰ। ਜਿਹੜਾ ਕੋਈ ਵੀ ਹੁਣ ਰਾਵੀ ਦਰਿਆ ਵੱਲ ਵਧਦਿਆਂ ਨੂੰ ਵੇਖਦਾ ਹੈ, ਕਿਆ ਇਨ ਦਸ਼ਾ ਭਈ ਗੁਰ ਜਾਵੈ, ਇਹ ਗੁਰੂ ਸਾਹਿਬ ਜਾ ਰਹੇ ਨੇ, ਕੀ ਇਹਨਾਂ ਦੀ ਅਵਸਥਾ ਬਣਾ ਦਿੱਤੀ ਹੈ ਪਾਪੀ ਨੇ। ਚਿੱਤ ਕੀ ਬ੍ਰਿਤ ਏਕ ਰਸ ਤੈਸੇ, ਪਰ ਸਤਿਗੁਰੂ ਪਾਤਸ਼ਾਹ ਦੀ ਚਿੱਤ ਦੀ ਜਿਹੜੀ ਬਿਰਤੀ ਹੈ ਇੱਕ ਰਸ ਹੈ, ਉਦਾਂ ਹੀ ਅਡੋਲ ਹੈ ਜਿਵੇਂ ਕੁਛ ਤਨ ਤੇ ਹੋਇਆ ਹੀ ਨਾ ਹੋਵੇ। ਅਡੋਲ ਅਵਸਥਾ ਦੇ ਵਿੱਚ ਰੱਬੀ ਯਾਦ ਵਿੱਚ ਜੁੜੇ ਹੋਏ ਨੇ ਸਤਿਗੁਰੂ ਪਾਤਸ਼ਾਹ। ਇਹ ਤਨ ਦੇ ਵੱਡੇ ਕਸ਼ਟਾਂ ਦੇ ਸਮੇਂ ਦੇ ਵਿੱਚ ਵੀ ਸਤਿਗੁਰਾਂ ਦੀ ਬਿਰਤੀ ਨਹੀਂ ਸੀ ਕੋਈ ਤੋੜ ਸਕਿਆ। ਨਿਜਾ ਆਨੰਦ ਮੈਂ ਪੂਰਬ ਜੈਸੇ, ਆਪਣੇ ਆਪ ਦੇ ਆਨੰਦ ਦੇ ਵਿੱਚ ਰੱਬੀ ਯਾਦ ਵਿੱਚ ਰੱਬ ਰੂਪ ਆਪ ਨੇ ਪੂਰਨੇ ਪਾ ਰਹੇ ਨੇ। ਜਿਵੇਂ ਪਹਿਲਾਂ ਤੱਤੀ ਤਵੀ ਤੇ ਬੈਠਣ ਤੋਂ ਪਹਿਲਾਂ ਦੇ ਹਾਲਾਤ ਸੀ,
ਉਹੋ ਜਿਹੀ ਅਵਸਥਾ ਮਨ ਕਰਕੇ ਚੜ੍ਹਦੀ ਕਲਾ ਵਿੱਚ ਨੇ ਸਤਿਗੁਰੂ ਜੀ। ਤਨ ਪੀਰਾ ਤੇ ਡਿਗੀ ਨਾ ਸੋਈ, ਤਨ ਨੂੰ ਕਸ਼ਟ ਦੇ ਕਰਕੇ ਵੀ ਸਤਿਗੁਰਾਂ ਦੀ ਸੁਰਤ, ਸਤਿਗੁਰਾਂ ਦੀ ਬਿਰਤੀ ਇਹ ਪਾਪੀ ਹਿਲਾ ਨਹੀਂ ਸੀ ਸਕਿਆ। ਮੇਰ ਹਿਲਾਏ ਨਾ ਜਿਮ ਨਰ ਕੋਈ, ਜਿਵੇਂ ਕੋਈ ਸੁਮੇਰ ਪਰਬਤ ਨੂੰ ਹਿਲਾਉਣਾ ਚਾਹਵੇ ਨਾ ਤੇ ਸੁਮੇਰ ਪਰਬਤ ਹਿਲਦਾ ਨਹੀਂ ਹੈ, ਇਸੇ ਤਰ੍ਹਾਂ ਇਹ ਬਿਰਤੀ ਅਡੋਲ ਹੈ ਸਤਿਗੁਰਾਂ ਦੀ, ਰੱਬ ਨਾਲ ਇੱਕ ਮਿਕ। ਉਸ ਅਡੋਲ ਬਿਰਤੀ ਨੂੰ ਇਹ ਪਾਪੀ ਇੰਨੇ ਕਸ਼ਟ ਦੇ ਕੇ ਵੀ ਹਿਲਾ ਨਹੀਂ ਸੀ ਸਕਿਆ। ਸਨੈ ਸਨੈ ਰਾਵੀ ਕੇ ਤੀਰ, ਚੱਲਦਿਆਂ ਚੱਲਦਿਆਂ ਰਾਵੀ ਦਾ ਕਿਨਾਰਾ ਆ ਗਿਆ। ਪਹੁੰਚੇ ਛੂਇਓ ਨੀਰ ਬੜ ਸੀਰ, ਉਹ ਠੰਡਾ ਨੀਰ ਉਸ ਵਕਤ ਪਹਾੜਾਂ ਤੋਂ ਚੱਲ ਕੇ ਆ ਰਿਹਾ ਹੈ ਤੇ ਉਹ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਛੂੰਹਦਾ ਹੈ। ਭਾਗ ਜਾਗੇ ਰਾਵੀ ਦੇ ਵੀ ਜੋ ਸਤਿਗੁਰ ਪਾਤਸ਼ਾਹ ਉਹਦੇ ਕਿਨਾਰੇ ਤੇ ਪਹੁੰਚੇ ਹਨ। ਪਰ ਪੰਕਜ ਤੇ ਮੁਖ ਅਰਬਿੰਦ, ਸਤਿਗੁਰ ਪਾਤਸ਼ਾਹ ਮਹਾਰਾਜ ਆਪਣੇ ਕਮਲ ਵਰਗੇ ਹੱਥਾਂ ਦੇ ਨਾਲ ਆਪਣੇ ਮੁਖ, ਕਮਲ ਮੁਖ ਦੇ ਉੱਪਰ ਕਰਿਓ ਬਖਾਰਨ ਧੀਰ ਮੁਕੰਦ, ਜਿੱਥੇ ਸੋਹਣੇ ਤਰੀਕੇ ਨਾਲ ਸਤਿਗੁਰ ਪਾਤਸ਼ਾਹ ਆਪਣਾ ਚਿਹਰੇ ਤੇ ਪਾਣੀ ਜਲ ਦੇ ਛਿੱਟੇ ਮਾਰਦੇ ਐ, ਸੋਹਣੇ ਢੰਗ ਦੇ ਨਾਲ ਚਿਹਰਾ ਸਾਫ਼ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਧੀਰਜ ਹੈ, ਜਿਹੜੇ ਮੁਕਤੀ ਦੇ ਦਾਤੇ ਨੇ ਸਤਿਗੁਰੂ। ਬ੍ਰਿੰਦ ਚੁਰੇ ਕਰ ਮੁਖ ਸਤਲਾਇਓ, ਫਿਰ ਸਤਿਗੁਰਾਂ ਨੇ ਹੁਣ ਕਿੰਨੇ ਦਿਨ ਹੋ ਗਏ ਨੇ ਨਾ ਕੁਝ ਖਾਦਾ ਪੀਤਾ, ਚੂਲਾ ਤੱਕ ਕਿੱਥੇ ਕਰਨਾ ਸੀ। ਹੁਣ ਅੱਜ ਸਤਿਗੁਰੂ ਜੀ ਰਾਵੀ ਦਰਿਆ ਦਾ ਜਲ ਭਰ ਭਰ ਕੇ ਬਾਰ-ਬਾਰ ਚੂਲੇ ਕਰਦੇ ਨੇ। ਬਾਰ-ਬਾਰ ਉਹ ਚੂਲੇ ਕਿਉਂ ਕਰਦੇ ਹਨ? ਮਹਾ ਉਸ਼ਣਤਾ ਜੋ ਤਪਤਾਇਓ, ਇੰਨੇ ਦਿਨ ਸਰੀਰ ਦੇ ਉੱਪਰ ਸੇਕ ਪਾ ਕੇ ਜ਼ਾਲਮ ਨੇ ਬੜਾ ਤਪਾਇਆ ਸੀ ਇਸ ਸਰੀਰ ਨੂੰ। ਹੁਣ ਅੰਦਰ ਸੇਕ ਸਰੀਰ ਤੇ ਹੈ ਨਾ, ਅੰਦਰ ਠੰਡਾ ਹੈ, ਸਰੀਰ ਤੇ ਸੇਕ, ਸਰੀਰ ਸਾੜ ਸਕਦਾ ਹੈ ਉਹ ਜ਼ਾਲਮ, ਪਰ ਗੁਰੂ ਸਾਹਿਬ ਦਾ ਹਿਰਦਾ ਉਹ ਨਹੀਂ ਸੀ ਤਪਾ ਸਕਿਆ। ਪੂਰਾ ਯਤਨ ਕੀਤਾ ਹੈ ਉਹਨੇ ਹਿਰਦੇ ਨੂੰ ਤਤਾ ਪਾਉਣ ਦਾ, ਪਰ ਸਤਿਗੁਰਾਂ ਦਾ ਹਿਰਦਾ ਇਹ ਪਾਪੀ ਕੋ ਤਪਾਇਆ ਨਾ ਜਾ ਸਕੇ। ਹੁਣ ਸਤਿਗੁਰੂ ਬਾਰ-ਬਾਰ ਕੁੱਲੀਆਂ ਕਰਦੇ ਨੇ, ਚੁੱਲ੍ਹੇ ਕਰਦੇ ਨੇ ਪਾਣੀ ਲੈ ਕਰਕੇ। ਗਹਿ ਪਦ ਪਦਮ ਲੰਗਾਹ ਪਖਾਰੇ, ਭਾਈ ਲੰਗਾਹ ਜੀ ਜਿਨ੍ਹਾਂ ਦੇ ਅੱਗੇ ਪਿੱਛੇ ਲੋਕ ਭੱਜਦੇ ਸਨ, ਦੌੜਦੇ ਸਨ, ਚੌਧਰੀ ਸੀ ਇਲਾਕੇ ਦਾ, ਇਹ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਕਿੱਡੇ ਵੱਡੇ ਭਾਗ ਗੁਰੂ ਚਰਨਾਂ ਵਿੱਚ ਝੁਕਿਆ। ਸਤਿਗੁਰ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਤੇ ਪਵਿੱਤਰ ਜਿਹੜੇ ਚਰਨ ਨੇ, ਆਪਣੇ ਹੱਥਾਂ ਨਾਲ ਬੜੇ ਸਹਿਜੇ ਸਹਿਜੇ, ਕਿਉਂਕਿ ਹੁਣ ਉੱਥੇ ਮਾਸ ਵੀ ਲੱਥਦਾ, ਜ਼ੋਰ ਲਾਇਆ ਕਿਉਂਕਿ ਸਰੀਰ ਦੇ ਵਿੱਚੋਂ ਮਾਸ ਸੜਿਆ ਹੈ, ਉੱਥੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨ ਜਿਹੜੇ ਨੇ ਉਹ ਜਲ ਨਾਲ ਧੋਂਦੇ ਹਨ। ਇਹ ਭਾਈ ਲੰਗਾਹ ਜੀ ਪ੍ਰਵੇਸ਼ੇ ਜਲ ਮੈਂ ਮੱਜਣ ਧਾਰੇ, ਸਤਿਗੁਰੂ ਜੀ ਜਲ ਵਿੱਚ ਫਿਰ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਕਰਦੇ। ਜਿਵੇਂ ਮਹਾਂਕਵੀ ਜੀ ਨੇ ਲਿਖਿਆ ਹੈ, ਇਸ ਤੋਂ ਅੱਗੇ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਰਾਵੀ ਦਰਿਆ ਦੇ ਕਿਨਾਰੇ, ਜਿਵੇਂ ਦਾਤਾ ਜੀ ਨੇ ਇਹ ਸਰੀਰਕ ਚੋਲਾ ਤਿਆਗਿਆ, ਇੱਧਰ ਚੰਦੂ ਪਾਪੀ ਦੇ ਘਰ ਦੇ ਵਿੱਚ ਉਹਦੀ ਨੂੰਹ ਉਹ ਵੀ ਚਲਾਣਾ ਕਰ ਜਾਂਦੀ ਹੈ, ਇੱਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਵਡਿਆਈਆਂ ਕਵੀ ਜੀ ਨੇ ਬਿਆਨ ਕੀਤੀਆਂ ਨੇ, ਉਹਨਾਂ ਦਾ ਸਰੀਰਕ ਚੋਲਾ ਤਿਆਗਣਾ, ਉਹਨਾਂ ਦੀ ਸ਼ਹੀਦੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਅੱਗੇ ਸਤਿਗੁਰੂ ਕਿਰਪਾ ਕਰਨ ਆਪਾਂ ਸਾਰੇ ਪਿਆਰ ਨਾਲ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਸਾਰਿਆਂ ਦੀ ਹਾਜ਼ਰੀ ਸੇਵਾ ਦਰ ਤੇ ਪ੍ਰਵਾਨ ਕਰਨ। ਬਾਣੀ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਭੁੱਲ ਚੁੱਕ ਦੀ ਖਿਮਾ, ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਨਾਲ ਸਾਂਝ ਪਾਈਏ ਜੀ। ਬ੍ਰਿੰਦ ਚੁਰੇ ਕਰ ਮੁਖ ਸਿਤਲਾਇਓ, ਮਹਾ ਉਚਣਤਾ ਜੋ ਤਪਤਾਇਓ, ਗਹਿ ਪਦ ਪਦਮ ਲੰਗਾਹ ਪਖਾਰੇ, ਪਰਵੇਸ਼ੇ ਜਲ ਮਹਿ ਮੱਜਨ ਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।